ਜੜ੍ਹਾਂ ਹੀ ਪੰਜਾਬ ਵਿੱਚ ਨਹੀਂ, ਦਿਲ ਵੀ ਪੰਜਾਬ ਵਿੱਚ, ਤੇ ਪੰਜਾਬ ਉਹਨਾਂ ਦੇ ਦਿਲ ਵਿੱਚ। ਇਹ ਗੱਲ ਉਹਨਾਂ ਦੀ ਹੈ ਜੋ ਇਕੱਠੇ ਹੁੰਦੇ ਨੇ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਦੇ ਵਿੱਚ, ਜਿਨ੍ਹਾਂ ਨੇ ਉਮਰ ਗਵਾਈ ਨਹੀਂ, ਹੰਡਾਈ ਹੈ ਮਿਹਨਤਾਂ ਕਰਕੇ। ਹੁਣ ਵੀ ਜਿਉਂਦੇ ਨੇ ਜੀ ਭਰ ਕੇ, ਉਮਰੋਂ ਸਿਆਣੇ ਤੇ ਅਕਲੋਂ ਵੀ ਸਿਆਣੇ, ਪਰ ਬੁੱਢੜੇ ਨਹੀਂ। ਆਓ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਦੇ ਦਿਲ ਦਾ ਹਾਲ। ਜੀ ਹਾਂ, ਸੀਨੀਅਰ ਸਿਟੀਜ਼ਨ ਸੈਂਟਰ ਸਰੀ, ਜੋ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਪਾਰਕਿੰਗ ਦੇ ਐਨ ਸਿਰੇ ਤੇ 122 ਸਟਰੀਟ ਦੇ ਨਾਲ ਸਥਿਤ ਹੈ। ਇਹ ਸੀਨੀਅਰਸ ਦੇ ਵਿਹਲ ਮਾਣਨ ਦੀ ਥਾਂ ਹੀ ਨਹੀਂ, ਸਿੱਖਿਆ ਕੇਂਦਰ ਵੀ ਹੈ ਤੇ ਪਿਕਨਿਕ ਪਲੇਸ ਵੀ। ਅਨੁਸ਼ਾਸਨ ਇਸ ਕੇਂਦਰ ਦੀ ਸਲਾਹੁਣਯੋਗ ਪਰੰਪਰਾ ਹੈ। ਇੱਥੇ ਆਏ ਸੀਨੀਅਰਸ ਅਖਬਾਰਾਂ ਪੜ੍ਹਦੇ, ਤਾਸ਼ ਖੇਡਦੇ ਤੇ ਕਵੀ ਦਰਬਾਰ ਵੀ ਲਾਉਂਦੇ ਨੇ। ਨਹੀਂ ਮੋਹ ਮਿੱਟੀ ਦਾ ਭੁੱਲਿਆ, ਗੱਲ ਗੱਲ ਤੇ ਦੁਹਰਾਉਂਦੇ, ਵਿੱਚ ਜਵਾਨੀ ਗੀਤ ਜੋ ਗਾਏ, ਮੁੜ ਮੁੜ ਚੇਤੇ ਆਉਂਦੇ, ਬਾਬਾ ਆਖਿਆਂ ਬੁਰਾ ਮਨਾਉਂਦੇ। ਕੋਈ ਗਾਵੇ ਹੀਰ ਦੀਆਂ ਕਲੀਆਂ ਨੂੰ, ਕੋਈ ਸਦ ਮਿਰਜ਼ੇ ਦੀ ਲਾਉਂਦੇ, ਤੇ ਬਹਿ ਕੇ ਇਕੱਠੇ ਹੋ ਕੇ ਮੌਜ ਮਨਾਉਂਦੇ। ਬਰਾੜ ਸਾਹਿਬ, ਸੀਨੀਅਰ ਸਿਟੀਜ਼ਨ ਸੈਂਟਰ ਜਿਹੜਾ ਕਦੋਂ ਖੁੱਲ੍ਹਿਆ, ਕਿਹੜੀਆਂ ਇਹਦੇ ਵਿੱਚ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕੀਤੀਆਂ, ਇਹਦੀ ਇੰਨੀ ਵੱਡੀ ਸਫਲਤਾ ਦੇ ਪਿੱਛੇ ਤੁਹਾਡਾ ਹੀ ਹੱਥ ਹੈ। ਇਹ ਸਾਰੇ ਕੁਝ ਬਾਰੇ, ਸੀਨੀਅਰ ਸਿਟੀਜ਼ਨ ਸੈਂਟਰ ਬਾਰੇ ਕੁਝ ਦੱਸੋ, ਤੇ ਜਿਹੜਾ ਅੱਜ ਮੁਸ਼ਾਇਰਾ ਕਰਾਉਂਦੇ ਹੋ ਜਾਂ ਹੋਰ ਪ੍ਰੋਗਰਾਮ ਤੁਸੀਂ ਕਰਵਾਉਂਦੇ ਰਹਿੰਦੇ ਹੋ, ਇਹਨਾਂ ਬਾਰੇ ਕੁਝ ਚਾਨਣਾ ਪਾਓ। ਇਹ 1986-87 ਸ਼ੁਰੂ ਹੋਇਆ ਤੇ ਉਦੋਂ ਇੱਕ ਛੋਟਾ ਜਿਹਾ ਘਰ ਹੁੰਦਾ ਸੀ ਰੈਂਚਰ, ਉਹਦੇ 30-40 ਬੰਦੇ ਬੈਠ ਕੇ ਉੱਥੇ ਗੱਲਾਂ ਗੱਪਾਂ ਛੱਪਾਂ ਮਾਰਦੇ ਸੀ, ਚਾਹ ਪਾਣੀ ਪੀ ਲੈਂਦੇ ਸੀ। ਫਿਰ ਇਹ ਵੱਧਦਾ ਅੱਜ ਇੱਥੇ ਸਾਡੇ ਕੋਲੇ 500 ਦੇ ਲਗਭਗ ਮੈਂਬਰ ਹੈ। ਅਤੇ ਮੈਂ ਨਹੀਂ ਸਭ ਕੁਛ ਕੀਤਾ, ਮੈਥੋਂ ਪਹਿਲਾਂ ਸਰਦਾਰ ਮੱਘਰ ਸਿੰਘ ਸੰਘੇ ਸੀਗੇ ਜਿਹੜੇ ਪ੍ਰਧਾਨ, ਉਹ 14 ਸਾਲ 15 ਸਾਲ ਪ੍ਰਧਾਨ ਰਹੇ। ਉਦੋਂ ਇਹ ਸੈਂਟਰ ਛੋਟਾ ਸੀ। ਅਸੀਂ ਗੌਰਮੈਂਟ ਨੇ ਸਾਨੂੰ ਗਰਾਂਟ ਦਿੱਤੀ, ਮੈਚਿੰਗ ਗਰਾਂਟ 1,80,000। ਅਸੀਂ 1,80,000 ਹੋਰ ਇਕੱਠਾ ਕਰਕੇ ਜਿਹੜਾ ਹਾਲ ਹੈ, ਜਿੱਥੇ ਤੁਸੀਂ ਵੇਖਿਆ ਬੰਦੇ ਅਖਬਾਰ ਪੜ੍ਹਦੇ ਆ, ਆਫਿਸ ਹੈ, ਇਹ ਬਣਾਇਆ। ਅਤੇ ਇਹ ਜਿਹੜਾ ਅਸੀਂ ਮੁਸ਼ਾਹਰਾ ਕਰਦੇ ਹਾਂ, ਇਹ ਸਾਡੇ ਇੱਕ ਇੱਥੇ ਸੈਕਟਰੀ ਸੀ ਸੀਨੀਅਰ ਸੈਂਟਰ ਦੇ, ਸਰਦਾਰ ਨਿਰਮਲ ਸਿੰਘ ਨੰਨਰ। ਉਹਨਾਂ ਨੂੰ ਸ਼ੌਂਕ ਸੀ ਕਵਿਤਾ ਸ਼ਬਦਾਂ ਪੜ੍ਹਨ ਦਾ, ਉਹਨਾਂ ਨੇ ਸ਼ੁਰੂ ਕੀਤਾ ਇੱਥੇ। ਅਤੇ ਇੱਕ ਹੋਰ ਸੁਸਾਇਟੀ ਹੈ ਜਿਹੜੀ ਸੰਸਥਾ, ਨਾਰਥ ਅਮਰੀਕਾ ਲਿਖਾਰੀ ਸਭਾ, ਉਹ ਇੱਥੇ ਹਰ ਮਹੀਨੇ ਦੇ ਦੂਜੇ ਸ਼ਨਿਚਰਵਾਰ ਨੂੰ ਇੱਥੇ ਆਹੀ ਪ੍ਰੋਗਰਾਮ ਕਰਦੇ ਆ, ਇਸ ਤਰ੍ਹਾਂ ਹੀ ਹੁੰਦੇ ਆ। ਅਤੇ ਅਸੀਂ ਇੱਥੇ, ਮੈਂ ਵੀ ਇੱਥੇ ਆ ਕੇ ਬੋਲਣਾ ਸਿੱਖਿਆ। ਮੈਨੂੰ ਪਤਾ ਯਾਦ ਹੈ ਜਦੋਂ ਮੈਂ ਇੱਥੇ ਪਹਿਲੀ ਵਾਰ ਮਾਈਕ 'ਤੇ ਖੜ੍ਹਾ ਹੋਇਆ, ਚਲੋ ਬੰਦੇ ਨੂੰ ਫਿਰ ਤਜਰਬਾ ਹੋ ਜਾਂਦਾ। ਸਾਡੇ ਚੰਦ ਸਿੰਘ ਸੈਕਟਰੀ ਨੇ, ਹੋਰ ਵੀ ਇਹਨਾਂ ਨੇ ਕਿਤਾਬਾਂ ਲਿਖੀਆਂ, ਕਈਆਂ ਨੇ ਇੱਥੋਂ ਕਵਿਤਾ ਬੋਲ ਕੇ, ਕਿਉਂਕਿ ਅਸੀਂ ਹਰ ਇੱਕ ਨੂੰ ਬਰਦਾਸ਼ਤ ਕਰਦੇ। ਕੋਈ ਘੱਟ ਪੜ੍ਹਿਆ, ਕੋਈ ਵੱਡਾ, ਇਹ ਨਹੀਂ ਬਈ ਤੈਨੂੰ ਆਹ ਨਹੀਂ ਕਿਹਾ, ਤੂੰ ਇਹ ਨਹੀਂ ਕਿਹਾ। ਇੱਥੇ ਬੜੇ ਯੂਨੀਵਰਸਿਟੀਆਂ ਦੇ ਡੀਨ ਆਉਂਦੇ ਆ, PhD ਆਉਂਦੇ ਆ, ਅਸੀਂ ਉਹਨਾਂ ਨੂੰ ਹੀ ਸੁਣਦੇ ਹਾਂ। ਸੋ ਬਾਕੀ ਇੱਥੇ ਅੱਜ ਤੱਕ ਕੋਈ ਇਲੈਕਸ਼ਨ ਨਹੀਂ ਹੋਈ। ਸਾਰੇ ਭਾਈ ਸਰਬਸੰਮਤੀ ਨਾਲ ਜਿਹਨੂੰ ਸਮਝਦੇ ਆ ਉਹਨੂੰ ਅੱਗੇ ਕਰ ਦਿੰਦੇ। ਅਤੇ ਆਮ ਤੌਰ 'ਤੇ ਮੈਂ ਵੇਖਦਾ ਜਦੋਂ ਕਦੇ ਆਉਣਾ, ਕਾਫੀ ਸਾਰੀਆਂ ਬੀਬੀਆਂ ਹੁੰਦੀਆਂ, ਅੱਜ ਨਹੀਂ ਆਈਆਂ। ਹਾਂਜੀ, ਅੱਜ ਇਹ ਹੈ ਕਿ ਸਾਡਾ ਐਲੀਵੇਟਰ ਖਰਾਬ ਹੈ। ਅੱਛਾ। ਇਹ ਕਰੋਨਾ ਕਰਕੇ ਬੰਦ ਹੋ ਗਿਆ ਸੀ, ਅਤੇ ਹੁਣ ਉਹ ਕਦੇ ਸਿਟੀ ਵਾਲੇ, ਕਦੇ ਕੰਪਨੀ ਵਾਲੇ, ਉਹ ਕਹਿੰਦੇ ਜੀ ਇਹਦਾ ਆਹ ਖਰਾਬ ਆ, ਉਹ ਹਰ ਹਫ਼ਤੇ ਹੀ ਆਉਂਦੇ ਆ, ਅਤੇ ਬੀਬੀਆਂ ਨੂੰ ਚੜ੍ਹਨਾ ਮੁਸ਼ਕਿਲ ਹੈ। ਅਤੇ ਫਿਰ ਦੂਜੀ ਗੱਲ ਅੱਜ ਇਹ ਹੋ ਗਈ ਕਿ ਹਰ ਐਤਵਾਰ ਨੂੰ ਹੁੰਦਾ ਹੈ, ਬੀਬੀਆਂ ਨੂੰ ਪਤਾ ਹੈ। ਅਤੇ ਅੱਜ ਅਸੀਂ ਪੇਪਰ 'ਚ ਦਿੱਤਾ ਸੀ, ਬਹੁਤੀਆਂ ਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਅੱਜ ਹੋਣਾ। ਨਹੀਂ ਤਾਂ ਤਕਰੀਬਨ ਇੱਥੇ 100 ਕੁ ਬੀਬੀ ਹੁੰਦੀ ਆ ਅਤੇ 100-150 ਬੰਦਾ ਹੁੰਦਾ, ਦੋ ਹਾਲ ਭਰਿਆ ਹੁੰਦਾ, ਜਗ੍ਹਾ ਨਹੀਂ ਮਿਲਦੀ। ਅੱਜ ਦੀ ਇਹੀ ਹੈ ਵੀ ਕੱਲ੍ਹ ਨੂੰ ਇੱਥੇ ਨਗਰ ਕੀਰਤਨ ਹੋਣਾ, ਇਸ ਕਰਕੇ ਅਸੀਂ ਅੱਜ ਇੱਕ ਦਿਨ ਐਡਵਾਂਸ ਕਰ ਰਹੇ। ਜਿਵੇਂ ਕਿ ਪ੍ਰਧਾਨ ਸਾਹਿਬ ਨੇ ਦੱਸਿਆ ਹੈ,
ਇੱਥੇ 100 ਤੋਂ ਵਧੇਰੇ ਅਕਸਰ ਬੀਬੀਆਂ ਵੀ ਆਉਂਦੀਆਂ ਇਸ ਮੁਸ਼ਾਰੇ ਵਿੱਚ ਵੀ ਸ਼ਾਮਲ ਹੁੰਦੀਆਂ, ਆਮ ਤੌਰ ਤੇ ਵੀ ਆਉਂਦੀਆਂ ਤੇ ਵੀਰਵਾਰ ਨੂੰ ਉਹ ਕੁਝ ਸਪੈਸ਼ਲ ਪ੍ਰੋਗਰਾਮ ਵੀ ਕਰਦੀਆਂ। ਅੱਜ ਉਹ ਨਹੀਂ ਆ ਰਹੀਆਂ ਕਿਉਂਕਿ ਬਾਹਰ ਕੁਝ ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ ਬੀਬੀਆਂ ਦੀ ਇਨਵੋਲਵਮੈਂਟ ਵਧੇਰੇ ਮੰਗਦੇ ਆ, ਜਿਵੇਂ ਕਿ ਤੀਆਂ ਦੇ ਜ਼ੋਰ ਚੱਲ ਰਿਹਾ, ਕੁਝ ਹੋਰ ਫੰਕਸ਼ਨ ਵੀ ਉਹਨਾਂ ਨੇ ਰੱਖੇ ਹੋਏ ਆ। ਤੇ ਇਸ ਦੇ ਨਾਲ ਨਾਲ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਉਹਨਾਂ ਨੂੰ ਪ੍ਰੋਬਲਮ ਜਿਹੜੀ ਉਹਨਾਂ ਨੇ ਦੱਸੀ ਆ ਕਿ ਲਿਫਟ ਖਰਾਬ ਆ, ਐਲੀਵੇਟਰ ਕੰਮ ਨਹੀਂ ਕਰ ਰਹੀ, ਜਿਹਦਾ ਕਰਕੇ ਉਹ ਨਹੀਂ ਆ ਰਹੀਆਂ। ਤੇ ਉਮੀਦ ਹੈ ਕਿ ਅਗਲੇ ਮਹੀਨੇ ਜਦੋਂ ਅਸੀਂ ਆਵਾਂਗੇ ਤਾਂ ਇੱਥੇ ਭਰਿਆ ਹੋਇਆ ਹਾਲ ਮਿਲੂਗਾ ਬੀਬੀਆਂ ਨਾਲ ਵੀ ਤੇ ਭਰਾਵਾਂ ਨਾਲ ਵੀ। ਸਾਂਝਾ ਟੀਵੀ ਦੇ ਦਰਸ਼ਕਾਂ ਲਈ ਸਰਬਜੀਤ ਉਖਲਾ, ਸੀਨੀਅਰ ਸਿਟੀਜ਼ਨ ਸੈਂਟਰ ਸਰੀ। ਸਾਹਿਬ ਕੀ ਨਾਂ ਜੀ ਆਪਣਾ ਤੇ ਕਿਸ ਜ਼ਿੰਮੇਵਾਰੀ ਨੂੰ ਤੁਸੀਂ ਨਿਭਾ ਰਹੇ ਜੀ ਇੱਥੇ? ਮੇਰਾ ਨਾਮ ਹਰਚੰਦ ਸਿੰਘ ਗਿੱਲ ਅਚਰਵਾਲ। ਪੂਰਾ ਮੈਂ ਆਪਦਾ ਪਿੰਡ ਦਾ ਨਾਂ ਹੀ ਨਾਲ ਲਿਖਦਾ ਹੁੰਦਾ, ਹਰਚੰਦ ਸਿੰਘ ਗਿੱਲ ਅਚਰਵਾਲ। ਤੇ ਮੈਂ ਇੱਥੇ ਪਿਛਲੇ 8 ਸਾਲ ਤੋਂ ਪ੍ਰਧਾਨ ਸਾਹਿਬ ਦੇ ਨਾਲ ਇਸ ਸੁਸਾਇਟੀ ਦੇ ਵਿੱਚ ਬਤੌਰ ਜਨਰਲ ਸਕੱਤਰ ਦੇ ਤੌਰ ਤੇ ਕੰਮ ਕਰ ਰਹੇ ਹਾਂ। ਤੇ ਬਾਕੀ ਸਾਰੀਆਂ ਸੇਵਾਵਾਂ ਸਾਰੀਆਂ ਰਲ ਮਿਲ ਕੇ ਕਰਦੇ ਹਾਂ, ਬੜਾ ਸੋਹਣਾ ਚੱਲਦਾ ਹੈ। ਹਾਂਜੀ, ਕੁਝ ਖਾਸ ਗੱਲਾਂ ਇੱਥੋਂ ਦੇ ਪ੍ਰਬੰਧ ਬਾਰੇ ਜੀ, ਜਾਂ ਲੋਕਾਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋਵੇ, ਹੋਰ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹ ਤੁਹਾਡੇ ਨਾਲ ਆ ਕੇ ਰਲਣ? ਦੇਖੋ ਜੀ, ਮੈਂ ਤਾਂ ਇਹ ਗੱਲ ਕਹਿਣਾ ਵੀ ਇਸ ਟਾਈਮ ਜੇ ਕੋਈ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੈਨੇਡਾ ਦੇ ਵਿੱਚ ਸਭ ਤੋਂ ਵਧੀਆ ਚੀਜ਼ ਵੇਖੀ ਹੈ। 20 ਸਾਲ ਮੈਨੂੰ ਹੋ ਗਏ ਇੱਥੇ ਆਇਆ ਨੂੰ। ਦੇਖੋ ਪਹਿਲਾਂ ਤਾਂ 15 ਸਾਲ ਤੱਕ ਕੰਮ ਹੀ ਕਰਦੇ ਰਹੇ ਹਾਂ। ਜਦੋਂ ਤੋਂ ਪੈਨਸ਼ਨ ਹੋ ਗਈ ਮੈਂ ਇਸ ਸੈਂਟਰ ਦੇ ਨਾਲ ਜੁੜ ਗਿਆ। ਤੇ ਚਲੋ ਕਵਿਤਾ ਦਾ ਥੋੜ੍ਹਾ ਬਹੁਤਾ ਸ਼ੌਕ ਸੀਗਾ, ਇਹਨਾਂ ਨੇ ਪਛਾਣਿਆ ਆਪਣੇ ਗੁਣ ਨੂੰ ਤੇ ਮੈਨੂੰ ਇਹਨਾਂ ਨੇ ਸਕੱਤਰ ਦੇ ਅਹੁਦੇ 'ਤੇ ਲੈ ਜਾਂਦਾ ਤੇ ਪ੍ਰਧਾਨ ਸਾਹਿਬ ਦੇ ਨਾਲ ਉਹਦੇ ਕੰਮ ਕਰਦੇ ਹਾਂ। ਤੇ ਮੇਰਾ ਖਿਆਲ ਹੈ ਜਾਏ ਤਾਂ ਜੇ ਕਹਿ ਦਈਏ ਸੀਨੀਅਰ ਦਾ ਸਵਰਗ ਹੈ, ਸੀਨੀਅਰ ਦਾ ਸਵਰਗ ਸਰੀ ਦੇ ਵਿੱਚ, ਸਰੀ ਸਿਟੀ ਦੇ ਵਿੱਚ, ਸਰੀ ਡੈਲਟਾ ਦੇ ਵਿੱਚ। ਤੇ ਉਹੀ ਹੈ ਇਹ ਸੀਨੀਅਰ ਸੈਂਟਰ। ਬਹੁਤ ਬਹੁਤ ਧੰਨਵਾਦ। ਕੀ ਨਾਂ ਭਾਜੀ ਆਪਣਾ? ਮੇਰਾ ਨਾਮ ਜੀ ਗੁਰਮੀਤ ਸਿੰਘ ਸੇਖੋਂ। ਸੇਖੋ ਸਾਹਿਬ, ਪੰਜਾਬ ਤੋਂ ਕਿਹੜਾ ਪਿੰਡ ਜੇ ਆਪਣਾ? ਮੇਰਾ ਪਿੰਡ ਜੀ ਦਾਖਾ, ਜ਼ਿਲ੍ਹਾ ਲੁਧਿਆਣਾ। ਇੱਥੇ ਕਦੋਂ ਕੁ ਆਏ ਸੀ ਕੈਨੇਡਾ? ਇੱਥੇ ਮੈਂ ਆਇਆ ਸੀਗਾ ਜੀ 1984 'ਚ। ਜਿਹੜਾ ਅੱਜ ਦਾ ਮੁੱਦਾ ਜਿਹਦੇ ਤੇ ਆਪਾਂ ਗੱਲ ਕਰਨੀ ਚਾਹੁੰਦੇ ਉਹ ਇਹ ਹੈ ਹਾਂਜੀ। ਕਿ ਪਿਛਲੇ 50-60 ਸਾਲਾਂ 'ਚ ਇੱਕਦਮ ਤਬਦੀਲੀ ਆਈ ਆ ਜ਼ਿੰਦਗੀ ਦੇ, ਸਾਰੇ ਸਟਾਈਲ ਬਦਲ ਗਿਆ, ਖਾਣ ਪੀਣ, ਰਹਿਣ ਸਹਿਣ ਵਗੈਰਾ। ਤੁਸੀਂ ਇਹਦੇ 'ਚ ਕੀ ਕੀ ਵੇਖਿਆ ਹੈ, ਕੀ ਤਬਦੀਲੀਆਂ ਵੇਖੀਆਂ ਹੈ? ਜਿਹੜਾ ਜਦੋਂ ਮੈਂ ਛੋਟਾ ਜਿਹਾ ਸੀ, ਜਿਹੜਾ ਉਹ ਜ਼ਮਾਨਾ ਸੀ, ਹਾਂਜੀ, ਉਹ ਹੁਣ ਬਿਲਕੁਲ ਬਦਲੀ ਹੋ ਗਿਆ। ਉਹ ਨਹੀਂ ਰਿਹਾ, ਨਾ ਉਹ ਹਲ ਰਹੇ, ਨਾ ਉਹ ਖੂਹ ਰਹੇ। ਹੁਣ ਖੁਦ ਤਾਂ ਜਵਾਕਾਂ ਨੂੰ ਦੱਸਣਾ ਪਿਆ ਕਰੋ ਵੀ ਐਂ ਟਿੰਡਾਂ ਚੱਲਦੀਆਂ ਹੁੰਦੀਆਂ ਸੀ, ਐਂ ਖੂਹ ਸੀ, ਇਸ ਤਰ੍ਹਾਂ ਸਾਡੇ ਹਲ ਚੱਲਦੇ ਸੀ। ਨਾ ਉਹ ਹਲ ਬਦਲੀ ਹੋ ਗਏ, ਖੂਹ ਬਦਲੀ ਹੋ ਗਏ। ਬਾਕੀ ਸੱਥਾਂ ਦਾ ਜੁੜਨਾ, ਬਜ਼ੁਰਗਾਂ ਦਾ ਜੁੜਨਾ, ਉਹ ਬਦਲੀ ਹੋ ਗਿਆ। ਯਾਨੀ ਧਰਮ ਪੱਖੋਂ ਅਸੀਂ, ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ, ਅਸੀਂ ਧਰਮ ਪੱਖੋਂ ਕਾਫੀ ਪਛੜ ਗਏ। ਪਹਿਲਾਂ ਲੋਕ ਦਇਆ ਕਰਦੇ ਸੀ, ਧਰਮ ਕਰਦੇ ਸੀ, ਧਰਮ ਕਮਾਉਂਦੇ ਸੀ, ਸਾਂਝ ਸੀ, ਬਜ਼ੁਰਗਾਂ ਦੇ ਹੋਰ ਸੰਕਲਪ ਸੀਗੇ। ਉਹ ਇਕੱਠੇ ਹੋ ਕੇ ਪਿੰਡਾਂ ਵਿੱਚ ਜਦੋਂ ਕੋਈ ਕਿਸੇ ਤੋਂ ਕੋਈ ਸੁਰਗਵਾਸ ਹੋ ਜਾਂਦਾ ਸੀ, ਉੱਥੇ ਬੇਅੰਤ ਸਿਆਣੇ ਸਿਆਣੇ ਬੰਦੇ ਜੁੜਦੇ, ਸਭ ਜੁੜਦੇ, ਵਿਆਹਾਂ 'ਚ ਜੁੜਦੇ। ਅਤੇ ਅੱਜ ਉਹ ਸਭ ਕੁਝ ਬਦਲੀ ਹੋ, ਕੁਝ ਨਹੀਂ ਰਿਹਾ। ਕੀ ਸ਼ੁਭ ਨਾਮ ਸਰ ਜੀ ਆਪਣਾ? ਮੇਰਾ ਨਾਮ ਨਛੱਤਰ ਸਿੰਘ ਦੰਦੀਵਾਲ। ਨਛੱਤਰ ਸਿੰਘ ਜੀ, ਕਦੋਂ ਕੈਨੇਡਾ ਆਏ ਤੇ ਪੰਜਾਬ ਨਾਲੋਂ ਇੱਥੇ ਕੀ ਵੱਖਰਾ ਵੇਖਦੇ ਹੋ ਤੁਸੀਂ? ਕੈਨੇਡਾ ਆਏ ਜੀ ਅਸੀਂ 27 ਜਨਵਰੀ 2001 'ਚ। ਹਾਂ, ਇੱਥੇ ਤਕਰੀਬਨ ਜਿਹੜਾ ਉੱਥੇ ਦਿਮਾਗ 'ਚ ਸੋਚਿਆ ਹੁੰਦਾ ਹੈ, ਉਹਦੇ ਸਾਰਾ ਕੁਝ ਇੱਥੇ ਉਲਟਾ ਹੈ। ਜੋ ਕੰਮਕਾਜ ਸੋਚ ਕੇ ਆਉਣੇ ਆ, ਕਰਦੇ ਆ। ਬਾਕੀ ਜਿਹੜੀ ਵੱਡੀ ਗੱਲ ਹੋਇਆ, ਉਹਨਾਂ ਵੇਲਿਆਂ 'ਚ ਇਹ ਸਿੱਖੋ ਸਾਦਾ ਸਾਥੋਂ ਵੱਡੇ ਆ। ਉਦੋਂ ਬੰਦੇ ਨੂੰ ਭੱਜ ਦੌੜ ਘੱਟ ਸੀ, ਪਰ ਪੈਸਾ ਹੈ ਨਹੀਂ, ਸਹੂਲਤਾਂ ਹੈ ਨਹੀਂ ਸੀ। ਹੁਣ ਉਹਦੇ ਨਾਲ ਚਲੋ ਜੇ ਮਰਜ਼ੀ ਸਹੂਲਤਾਂ ਹੀ ਬਹੁਤ ਹੋ ਗਈਆਂ, ਬੰਦੇ ਜੋ ਜ਼ਿੰਦਗੀ 'ਚ ਚਾਹੀਦੀਆਂ। ਜਿਹੜੀ ਚੀਜ਼ ਨੂੰ ਆਪਾਂ ਉਦੋਂ ਤਰਸਦੇ ਹੁੰਦੇ ਸੀ ਵੀ ਆਹ ਵੀ ਯਾਰ ਕਦੇ ਹੋਊਗੀ, ਆਪਣੇ ਕੋਲ ਉਹੀ ਚੀਜ਼ ਹੈ। ਇੱਥੇ ਕੰਮ ਕਰਕੇ, ਮਿਹਨਤ ਕਰਕੇ ਜੋ ਚਾਹਿਆ ਇੱਥੇ ਮਿਲ ਗਿਆ। ਬਸ ਗੱਲ ਹਾਂਜੀ। ਹੋਰ ਹੁਣ ਉੱਥੇ ਮਿਹਨਤ ਕਰਦੇ ਆ ਭਰਾ ਭੈਣ, ਰੋਜ਼ ਫੋਨ ਕਰੀਦਾ। ਜਿਹੜੀਆਂ ਚੀਜ਼ਾਂ ਇੱਥੇ ਮਿਲਦੀਆਂ, ਕੰਮ ਇੱਥੇ ਕਰਨਾ ਪੈਂਦਾ, ਉੱਥੇ ਹੀ ਕਰਦੇ ਆ। ਪਰ ਉਹ ਇੱਥੋਂ ਵਰਗਾ ਸੁੱਖ ਜੋ ਵੀ ਸਾਡੇ 22 ਸਾਲਾਂ 'ਚ ਵੇਖਿਆ, ਮਿਹਨਤ ਦਾ ਮੁੱਲ ਜਿਹੜਾ ਉਹ ਬਿਲਕੁਲ ਮਿਲਿਆ। ਇੱਥੇ ਪੈਂਦਾ, ਕਿਸੇ ਦਾ ਡਰ ਨਹੀਂ, ਪੁਲਿਸ ਦਾ ਡਰ ਨਹੀਂ, ਦੇਵਤਿਆਂ ਵਰਗੇ ਡਾਕਟਰ ਹੈ, ਪੈਸੇ ਦਾ ਲਾਲਚ ਨਹੀਂ ਕਿਸੇ ਦਾ। ਆਪਦੀ ਕੰਮ ਕਰੋ, ਆਰਾਮ ਨਾਲ ਜ਼ਿੰਦਗੀ ਸੌਂ ਜੇ। ਹੁਣ ਤੁਸੀਂ ਕੰਮ ਹੀ ਨਾ ਕਰੋ, ਨਸ਼ੇ 'ਤੇ ਡਿਪੈਂਡ ਹੋ ਜੇ, ਫਿਰ ਤਾਂ ਹਾਲਾਤ ਹੋਏ ਹੋਣੇ। ਬਸ ਇੰਨੇ ਕੁ ਵਿਚਾਰ। ਸਰ ਜੀ, ਕੀ ਸ਼ੁਭ ਨਾਮ ਜੀ ਆਪਣਾ? ਕਦੋਂ ਕੈਨੇਡਾ ਆਏ ਤੇ ਇਹ ਪੰਜਾਬ 'ਚ ਕਿੱਥੇ ਰਹਿੰਦੇ ਸੀ? ਮੇਰਾ ਨਾਮ ਸਾਹਿਬ ਸਿੰਘ ਗਿੱਲ ਆ ਜੀ।
9 ਮਾਰਚ 1994 ਨੂੰ ਇੱਥੇ ਪਹੁੰਚੇ ਸੀ। ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਪਿੰਡ ਗੁਰੂਸਰ ਸੁਧਾਰ ਆ ਜੀ। ਇੱਥੇ ਆ ਕੇ ਤੁਸੀਂ ਬਹੁਤ ਕੁਝ ਵੇਖਿਆ, ਨਵਾਂ ਵੇਖਿਆ ਹੈ। ਪੰਜਾਬ 'ਚ ਬਚਪਨ ਤੋਂ ਤੁਸੀਂ ਬਹੁਤ ਕੁਝ ਤਬਦੀਲੀਆਂ ਹੁੰਦੀਆਂ ਵੇਖੀਆਂ ਸਮਾਜ ਦੇ ਵਿੱਚ। ਪਹਿਲਾਂ ਵਾਲਾ ਜਿਹੜਾ ਪੰਜਾਬ ਸੀ ਤੇ ਅੱਜ ਦਾ ਪੰਜਾਬ ਜਾਂ ਕੀ ਕੁਝ ਬਦਲ ਗਿਆ ਇਸ ਟਾਈਮ ਦੇ ਵਿੱਚ? ਪੰਜਾਬ ਦੀਆਂ ਪਹਿਲੀਆਂ ਕਦਰਾਂ ਕੀਮਤਾਂ ਤਾਂ ਹੁਣ ਹੈ ਨਹੀਂ ਗੀਆਂ। ਪਹਿਲਾਂ ਬਹੁਤ ਠੀਕ ਸੀ, ਬਜ਼ੁਰਗਾਂ ਦਾ ਜਿਹੜਾ ਸੀਗਾ ਚੱਲਦਾ ਪਿੰਡਾਂ ਦਾ ਸੱਥਾਂ ਦਾ, ਅੱਜ ਕੱਲ੍ਹ ਉਹ ਨਹੀਂ ਚੱਲ ਰਿਹਾ। ਤੇ ਹੈ ਹੀ ਬਜ਼ੁਰਗ ਖੇਤੀਬਾੜੀ ਦੇ ਮਾਮਲੇ 'ਚ ਖੇਤੀਬਾੜੀ ਜਿਹੜਾ ਕੰਮ ਕਰਦਾ ਅੱਜ ਵੀ, ਤੇ ਅੱਗੇ ਵੀ ਜਿਹਨੇ ਕੀਤੇ ਆ ਬਥੇਰਾ ਕੁਝ ਮਿਲਦਾ ਸੀ ਖੇਤੀ ਚੋਂ, ਜੇ ਸਮਾਂ ਲੱਗਦਾ ਵਾ। ਜਦੋਂ ਸਮੇਂ ਦੀ ਉਦੋਂ ਕਈ ਵਾਰ ਸਾਉਣੀ ਦੀਆਂ ਫਸਲਾਂ ਮਰ ਜਾਂਦੀਆਂ ਸੀ ਤੇ ਹਾੜੀ ਤੇ ਨਿਰਭਰ ਰਹਿਣਾ ਪੈਂਦਾ ਸੀ। ਪਰ ਅੱਜ ਤਾਂ ਉੱਥੇ ਜਦੋਂ ਤੇ ਝੋਨਾ ਲੱਗਣ ਲੱਗ ਗਿਆ ਤਾਂ ਪੈਸਾ ਬਹੁਤ ਪੰਜਾਬ 'ਚ ਆਉਂਦਾ। ਜਿਹੜਾ ਬੰਦੇ ਕੰਮ ਨਸ਼ੇ ਪੱਤਰ ਤੋਂ ਰਹਿਤ ਆ ਉਹਨਾਂ ਦੀ ਠੀਕ ਠਾਕ ਲੰਘ ਰਹੀ ਹੈ ਜ਼ਿੰਦਗੀ। ਜਦ ਇੱਥੇ ਕੰਮ ਬਹੁਤ ਘੱਟ ਸੀ ਤੇ ਲੜਕੇ ਪੜ੍ਹੇ ਲਿਖੇ ਸੀਗੇ ਤੇ ਉਹ ਵੀ ਕਹਿਣ ਆਪਾਂ ਚਲੋ ਸਾਲ ਖੰਡ ਲਾ ਕੇ ਮੁੜ ਚੱਲਾਂਗੇ। ਤੇ ਚਲੋ ਇੱਥੇ ਕੰਮ ਦੀ ਮਿਹਨਤ ਹੈ, ਇੰਨਾ ਕੁਛ ਕੰਮ ਕਰਿਆ, ਬਥੇਰਾ ਕਰਿਆ। ਹੁਣ ਉਹ ਮੌਜਾਂ ਕਰਦੇ, ਹੁਣ ਇੱਥੇ ਜਾਂ ਨੌਕਰੀ ਭਾਲਦੇ ਸੀ, ਹੁਣ ਨੌਕਰ ਰੱਖਦੇ ਨੇ। ਇੰਨਾ ਫਰਕ ਹੋ ਜਾਂਦਾ। ਇੱਥੇ ਮਿਹਨਤ ਦਾ ਕੰਮ ਹੈ, ਉੱਥੇ ਅਸੀਂ ਕੁਛ ਵੀ ਕਰੀ ਜਾਂਦੇ, ਉੱਥੇ ਕੁਛ ਨਹੀਂ ਸੀ ਬਣਨਾ। ਦੇ ਲਓ ਤੁਸੀਂ ਜਵਾਨ ਸੀ ਅੱਜ ਤੋਂ 40-50 ਸਾਲ ਪਹਿਲਾਂ। ਹਾਂ, ਉਸ ਵੇਲੇ ਦੇ ਪੰਜਾਬ ਤੇ ਅੱਜ ਦੇ ਪੰਜਾਬ 'ਚ ਕਿਹੜੀਆਂ ਚੀਜ਼ਾਂ ਬਦਲ ਗਈਆਂ? ਜਦ ਮੈਂ ਕੰਡਕਟਰ ਲੱਗਿਆ ਹੋਇਆ ਸੀਗਾ ਬੱਸ 'ਤੇ। ਜਦ ਤੁਸੀਂ ਮੰਨ ਲਓ ਬਈ SHO ਜਿੰਨਾ ਪਾਵਰ ਤੀ ਸਾਡੀ, ਹੁਣ ਉਹੀ ਕੰਡਕਟਰ ਜੀ ਨੂੰ ਧੱਕੇ ਮਾਰਦੇ ਨੇ। ਕਿੱਥੇ ਅਸੀਂ ਮਾਰਦੇ ਹੀ ਧੱਕੇ। ਹਾਂ, ਇੰਨਾ ਫਰਕ ਪੈ ਗਿਆ। ਫਰਕ ਕਿਉਂ ਪਿਆ ਹੈ? ਫਰਕ ਗਿਆ, ਲੋਕ ਜਾਗਰੂਕ ਹੋ ਗਈ। ਹਾਂ ਹਾਂ। ਪਰ ਹੁਣ ਇੱਥੇ ਪੈਸੇ 'ਚ ਖੇਲਦੇ ਹਾਂ, ਪਰ ਉੱਥੇ ਜ਼ਿੰਦਗੀ ਖੁਸ਼ ਬੜੀ ਸੀਗੀ। ਕਿਉਂ ਪੈਸੇ ਲੈਣੇ, ਮੁੱਖ ਦੇ ਧੱਕੇ ਮਾਰਨੇ। ਕਿੰਨੀ ਜ਼ਿੰਦਗੀ ਵਧੀਆ ਸੀ। ਪੁਲਿਸ ਵਾਲੇ ਕਹਿੰਦੇ ਹੁੰਦੇ ਵੀ ਆਪਾਂ ਤਾਂ ਲੈਣਾ ਹੀ ਲੈਣਾ, ਦੇਣਾ ਤੇ ਗਾਲਾਂ ਹੀ ਆ। ਹੁਣ ਦਾਤੇ ਦਾ ਰੰਗ ਲੱਗਿਆ ਬਸ ਸਭ ਕੁਝ ਹੀ ਹੈ। ਕਿਹਦਾ ਭਾਜੀ ਆਪਣਾ? ਮੇਰਾ ਨਾਮ ਰਜਿੰਦਰ ਸਿੰਘ ਚੀਮਾ ਜੀ, ਪਿੰਡ ਜਾਂਗਪੁਰ, ਜ਼ਿਲ੍ਹਾ ਲੁਧਿਆਣਾ। ਚੀਮਾ ਸਾਹਿਬ ਜਰਾ ਉੱਚੀ ਕਰਕੇ ਦਰਸ਼ਕਾਂ ਨੂੰ ਦੱਸੋਗੇ? ਹਾਂਜੀ, ਦੁਬਾਰਾ ਬੋਲੋਗੇ ਉੱਚੀ ਕਰਕੇ? ਰਜਿੰਦਰ ਸਿੰਘ ਚੀਮਾ, ਪਿੰਡ ਜਾਂਗਪੁਰ, ਜ਼ਿਲ੍ਹਾ ਲੁਧਿਆਣਾ ਜੀ। ਤੁਸੀਂ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਉਹ ਦਿਨ ਚੇਤੇ ਕਰੋ ਜਦੋਂ ਤੁਸੀਂ ਕਦੇ ਸਕੂਲ ਜਾਣ ਦੇ ਉਮਰ 'ਚ ਸੀਗੇ। ਸਕੂਲ ਤਾਂ ਚਲੋ ਪੜ੍ਹੇ ਕਰਦੇ ਦਾ ਘੱਟ ਆ, ਖੇਤੀ ਵੇਤੀ ਕੀਤੀ ਆ ਜ਼ਿਆਦੇ। ਹਾਂਜੀ ਹਾਂ, ਉਮਰ ਸੀ। ਉਦੋਂ ਪੰਜਾਬ ਕਿੱਦਾਂ ਦਾ ਸੀ ਆਲਾ ਦੁਆਲਾ, ਤੇ ਅੱਜ ਉਹਨਾਂ ਹੀ ਪਿੰਡਾਂ ਦਾ ਆਲਾ ਦੁਆਲਾ ਵੀ ਬਹੁਤ ਵਧੀਆ ਸੀ। ਉਹ ਕੁਝ ਬਦਲਿਆ ਹੁਣ? ਬਦਲ ਤਾਂ ਬਹੁਤ, ਹੁਣ ਬਹੁਤ ਕੁਛ ਗਿਆ ਜੀ ਪੰਜਾਬ 'ਚ। ਇੱਥੇ ਵਰਗੀ ਤਾਂ ਰੀਸ ਹੀ ਹੈ ਨਹੀਂ ਗੀ। ਜਿਵੇਂ ਹੁਣ ਇੱਥੇ ਰਹਿੰਦੇ ਆ, ਕਮਾਉਂਦੇ ਆ, ਕਰਦੇ ਆ, ਨਾ ਕਿਸੇ ਪੁਲਿਸ ਵਾਲੇ ਦਾ ਡਰ, ਨਾ ਕਿਸੇ ਚੋਰ ਦਾ ਡਰ ਆ। ਐਸ਼ ਕਰਦੇ ਆ, 4 ਪੈਸੇ ਜੇਬਾਂ 'ਚ ਰਹਿੰਦੇ ਆ। ਜੇਬਾਂ 'ਚ ਉੱਥੇ ਵੀ ਹੁੰਦੇ, ਹੱਥੀਂ ਮਿਹਨਤ ਕਰਦੇ ਸੀ। ਜੇਬਾਂ ਉੱਥੇ ਵੀ ਭਰੀਆਂ ਰਹਿੰਦੀਆਂ ਸੀ। ਹੱਥੀਂ ਮਿਹਨਤ ਕਰਨਾ, ਜਿਹੜਾ ਹੱਥੀਂ ਮਿਹਨਤ ਨਹੀਂ ਕਰਦਾ ਉਹਦੇ ਪੱਲੇ ਤਾਂ ਹੁਣ ਵੀ ਹੈ ਨਹੀਂ, ਉੱਥੇ ਕੁਛ ਪਹਿਲਾਂ ਵੀ ਹੈ ਨਹੀਂ ਸੀ ਜੀ। ਜੀ ਭਾਜੀ, ਕੀ ਨਾਂ ਜੀ ਆਪਣਾ? ਮੇਰਾ ਨਾਮ ਜਗਜੀਤ ਸਿੰਘ ਸੇਖੋਂ, ਪਿੰਡ ਦਾਖਾ, ਡਿਸਟ੍ਰਿਕਟ ਲੁਧਿਆਣਾ। ਜੀ ਸੇਖੋਂ ਸਾਹਿਬ, ਜਦੋਂ ਤੁਸੀਂ ਆਏ ਸੀ ਕਿੰਨੇ ਸਾਲ ਹੋ ਗਏ ਆਇਆ ਨੂੰ? ਮੈਂ 2013 ਚ ਇੱਥੇ ਆਇਆ PR ਤੇ। ਠੀਕ ਹੈ। ਹਾਂਜੀ। ਇਹਨਾਂ 7 ਸਾਲਾਂ 'ਚ ਵੀ ਕੋਈ ਤਬਦੀਲੀ ਮਹਿਸੂਸ ਕਰਦੇ ਹੋ ਪੰਜਾਬ 'ਚ ਆਈ? ਬਹੁਤ ਜ਼ਿਆਦਾ ਤਬਦੀਲੀ ਆਈ ਹੈ, ਬਹੁਤ ਜ਼ਿਆਦਾ ਆਈ ਹੈ। ਕਿਸ ਤਰ੍ਹਾਂ ਦੀਆਂ? ਜਿਸ ਤਰ੍ਹਾਂ ਮੈਂ ਦੇਖ ਰਿਹਾ ਵੀ ਆਬਜ਼ਰਵ ਕਰ ਰਿਹਾ ਹਾਂ ਕਿ ਜਿਹੜੀ ਉੱਥੇ ਪੋਲਿਟਿਕਸ ਹੈਗੀ ਆ, ਜਿੰਨਾ ਚਿਰ ਉਹਨਾਂ ਦੀ ਸੋਚ ਇਹ ਨਹੀਂ ਬਣਦੀ ਕਿ ਅਸੀਂ ਹੁਣ ਆਪਣੇ ਲਈ ਜਿਉਂ ਲਏ, ਆਪਣੇ ਪਰਿਵਾਰ ਲਈ ਜਿਉਂ ਲਏ, ਆਪਣੇ ਰਿਸ਼ਤੇਦਾਰਾਂ ਲਈ ਜਿਉਂ ਲਏ, ਦੋਸਤਾਂ ਮਿੱਤਰਾਂ ਲਈ ਜਿਉਂ ਲਏ, ਅਤੇ ਹੁਣ ਜਿਹੜਾ ਅਸੀਂ ਜਿਉਣਾ ਤਾਂ ਇਹ ਲੋਕਾਂ ਲਈ ਜਿਉਣਾ। ਜਿਹੜੀ ਇਹਨਾਂ ਦੇ ਦੁੱਖ ਸੁੱਖ ਆ ਉਹ ਦੁੱਖ ਸੁੱਖ ਮੇਰੇ ਨੇ। ਭਾਵ ਕਹਿਣ ਦੇ ਵਿੱਚ ਜਿੰਨਾ ਚਿਰ ਉਹਨਾਂ ਦੀ ਸੋਚ ਇਹ ਨਹੀਂ ਬਣਦੀ, ਉਨਾ ਚਿਰ ਉੱਥੇ ਕੋਈ ਪੋਲਿਟਿਕ ਤਬਦੀਲੀ ਨਹੀਂ ਆ ਸਕਦੀ ਹਿੰਦੁਸਤਾਨ 'ਚ। ਸਪੈਸ਼ਲੀ ਇੱਥੇ ਜਿਹੜਾ ਹੈਗਾ, ਸਾਡਾ ਧੀਆਂ ਭੈਣਾਂ ਦੀ ਕਿੰਨੀ ਰਿਸਪੈਕਟ ਇੱਜ਼ਤ ਆ, ਜੋ ਮਾਣ ਸਤਿਕਾਰ ਸਾਨੂੰ ਇੱਥੇ ਕੈਨੇਡਾ 'ਚ ਆ ਕੇ ਮਿਲਦਾ, ਜਿਹੜਾ ਕਿ ਸਾਡਾ ਆਪਣਾ ਓਰੀਜਨਲੀ ਮੁਲਕ ਨਹੀਂ ਹੈ, ਕਿਉਂਕਿ ਅਸੀਂ ਇੱਥੇ ਜੰਮੇ ਪਲੇ ਨਹੀਂ। ਠੀਕ ਹੈ, ਸਾਡੀ ਹੁਣ ਜਿਹੜੇ ਉੱਥੇ ਅਸੀਂ ਜੰਮੇ ਪਲੇ ਹਾਂ, ਸਾਡਾ ਜੋ ਉੱਥੇ ਆਦਰ ਸਤਿਕਾਰ ਆ ਬਜ਼ੁਰਗਾਂ ਦਾ, ਹੋਰ ਭੈਣਾਂ ਭਰਾਵਾਂ ਦਾ ਹੋਣਾ ਚਾਹੀਦਾ, ਉਹ ਸਾਨੂੰ ਉੱਥੇ ਮਿਲਦਾ ਨਹੀਂ। ਇਸੇ ਕਰਕੇ ਅੱਜ ਉੱਥੋਂ ਪੰਜਾਬ ਤੋਂ, ਇੰਡੀਆ ਤੋਂ, ਹਰ ਇੱਕ ਪ੍ਰਾਂਤ 'ਚੋਂ ਹੀ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਆਉਣਾ,
ਮਤਲਬ ਉੱਥੇ ਰਹਿਣਾ ਪਸੰਦ ਨਹੀਂ ਕੀਤਾ ਕਿ ਉੱਥੇ ਇੱਕ ਦੋ ਪ੍ਰੋਬਲਮ ਇਹ ਹੈਗੀ ਆ ਕਿ ਉੱਥੇ ਜਨਰਲ ਕੈਟਾਗਰੀ ਜਿਹੜੀ ਹੈਗੀ ਆ ਉਹਦੇ 'ਚ ਪ੍ਰੋਬਲਮ ਇਹ ਆ ਵੀ ਤੁਹਾਨੂੰ ਜਿਹੜੇ ਜਨਰਲ ਕੈਟਾਗਰੀ ਚਾਹੇ ਹਿੰਦੂ ਆ ਚਾਹੇ ਸਿੱਖ ਆ ਜਾਂ ਹੋਰ ਜਿਹੜੇ ਨੇ ਜਨਰਲ ਕੈਟਾਗਰੀ ਉਹਨਾਂ ਵਾਸਤੇ ਜੋ ਵੀ ਕੋਈ ਹੈ ਨਹੀਂ। ਹਾਲਾਂਕਿ 75 ਸਾਲ ਹੋ ਗਏ ਆਜ਼ਾਦ ਹੋਏ ਨੂੰ, ਤੁਸੀਂ ਕਮ ਸੇ ਕਮ ਉਹ ਜਿਹੜੀ ਜਨਰਲ ਕੈਟਾਗਰੀ ਆ ਉਹਨੂੰ ਤਾਂ ਕੋਈ ਸਹੂਲਤਾਂ ਦਿਓ। ਉਹੀ ਰਿਜ਼ਰਵੇਸ਼ਨ ਇਸੇ ਕਰਕੇ ਹੁਣ ਸਮਾਂ ਆਊਗਾ, ਇਹ ਤਬਦੀਲੀ ਆਊਗੀ, ਲਹਿਰ ਉੱਠੂਗੀ ਕਿ ਜਿਹੜੀ ਇਹ ਰਿਜ਼ਰਵੇਸ਼ਨ ਹੈਗੀ ਆ ਨੇਚਰ ਦੀ ਉਹਨੂੰ ਥੋੜ੍ਹਾ ਜਿਹਾ ਘੱਟ ਕੀਤਾ ਜਾਵੇ। ਕੋਈ ਸ਼ੇਰ ਕੋਈ ਕਵਿਤਾ ਛੋਟੀ ਮੋਟੀ ਕੋਈ ਹਾਂ ਉਹ ਵੀ ਸੁਣਾ ਦਿੰਦੇ। ਯਾਰਾਂ ਦੇ ਅੱਖ ਲੱਗ ਕੇ ਅਸਾਂ ਨੇ ਪੀਣੀ ਛੱਡ ਦਿੱਤੀ ਏ, ਹਾਂ ਯਾਰਾਂ ਦੇ ਅੱਖ ਲੱਗ ਕੇ ਅਸਾਂ ਨੇ ਪੀਣੀ ਛੱਡ ਦਿੱਤੀ ਏ, ਜੇ ਆਖਿਆ ਕਿਸੇ ਨੇ ਸਾਨੂੰ ਪੀਣ ਲਈ, ਜੇ ਆਖਿਆ ਕਿਸੇ ਨੇ ਸਾਨੂੰ ਪੀਣ ਲਈ ਅਸੀਂ ਹੱਸ ਕੇ ਮੂੰਹ ਢੱਕ ਲੈਂਦੇ ਹਾਂ। ਦਿਲ ਆਪਣੇ ਵਿੱਚ ਮੜੀ ਬਣਾ ਕੇ ਉੱਪਰ ਬੋਤਲ ਗੱਡ ਦਿੱਤੀ ਏ, ਹਾਂ ਦਿਲ ਆਪਣੇ 'ਚ ਮੜੀ ਬਣਾ ਕੇ ਉੱਪਰ ਬੋਤਲ ਗੱਡ ਦਿੱਤੀ ਏ, ਜੇ ਆਖਿਆ ਕਿਸੇ ਨੇ ਸਾਨੂੰ ਪੀਣ ਲਈ ਅਸੀਂ ਹੱਸ ਕੇ ਆਪਣਾ ਮੂੰਹ ਢੱਕ ਲੈਂਦੇ ਹਾਂ। ਪਰ ਯਾਰੋ ਥੋੜ੍ਹਾ ਜਿਹਾ ਹਨੇਰਾ ਹੋਏ ਤੂੰ ਅੰਦਰ ਬਹਿ ਕੇ ਛਕ ਲੈਂਦੇ ਹਾਂ। ਜ਼ਖਮ ਦਿਲ ਦੇ ਮੈਂ ਬਹਿ ਕੇ ਸੀ ਲੈਣਾ, ਹਾਂ ਜ਼ਖਮ ਦਿਲ ਦੇ ਮੈਂ ਬਹਿ ਕੇ ਸੀ ਲੈਣਾ, ਜੀਵਨ ਦੇ ਗੰਬੜੇ ਨੇ ਮੈਂ ਫਿਰ ਵੀ ਜਿੰਦਾ, ਜੀਵਨ ਦੇ ਗੰਬੜੇ ਨੇ ਮੈਂ ਫਿਰ ਵੀ ਜਿੰਦਾ। ਯਾਰੋ ਲੋਕ ਪੀਂਦੇ ਨੇ ਹੋਸ਼ ਗਵਾਉਣ ਲਈ, ਪਰ ਮੈਂ ਹੋਸ਼ ਵਿੱਚ ਆਉਣ ਲਈ ਪੀਂਦਾ। ਅਸੀਂ ਤਾਂ ਜੀ ਇੰਨੀਆਂ ਤਬਦੀਲੀਆਂ ਦੇਖੀਆਂ ਭਈ 2-3 ਕਿਸਮ ਦੀਆਂ ਤਬਦੀਲੀਆਂ ਹੋਈਆਂ। 47 ਦੇਖੀ, ਜਦੋਂ 47 ਦੇ ਰੌਲੇ ਪਏ ਆ ਤਾਂ ਮੈਂ 15 ਸਾਲ ਦਾ ਸੀ। ਸਾਡੇ ਉਦੋਂ ਵੀ ਆਮ ਬਾਰ ਵੱਢ ਜਿਹੜੀ ਹੋਈ ਆ ਉਹ ਬੇਇਨਸਾਫ ਸਾਡੇ ਨਾਲ, ਜੇ ਸਹੀ ਪੁੱਛੋ ਤਾਂ ਸਾਡੇ ਸਿੱਖਾਂ ਨਾਲ ਹੋਈ ਆ। ਸਾਡੇ 20 ਜ਼ਿਲ੍ਹੇ ਸੀਗੇ, 12 ਜ਼ਿਲ੍ਹੇ ਉਹਨਾਂ ਨੂੰ ਦੇ ਦਿੱਤੇ ਤੇ 10 ਜ਼ਿਲ੍ਹੇ ਸਾਡੇ ਕੋਲ ਰਹਿ ਗਏ। ਇਸ ਕਰਕੇ ਉਹ ਸਾਡਾ ਵੱਢ ਮਾਰ ਵੀ ਪੰਜਾਬ 'ਚ ਹੀ ਹੋਈ, ਨਾ ਯੂਪੀ 'ਚ ਹੋਈ, ਨਾ ਕਿਤੇ ਹਰਿਆਣੇ ਪਰ ਚਲੇ ਜਾਓ ਬਿਹਾਰ ਉੜੀਸਾ ਵਾਲਾ ਕਿਤੇ ਨਹੀਂ ਹੋਈ, ਸਾਡੇ ਹੀ ਪੰਜਾਬ ਨੂੰ। ਜੇ ਸਾਡੇ ਹਰਮੰਦਰ ਤੇ ਧਾਵਾ ਕੀਤਾ ਤਾਂ ਵੀ ਸਾਡੇ ਪੰਜਾਬ 'ਚ ਹੀ ਕੀਤਾ, ਜੇ ਸਾਡੇ ਕਰਜ਼ਾ ਸਾਡੇ ਸਿਰ ਪਾਇਆ ਤਾਂ ਵੀ ਪੰਜਾਬ ਦੇ ਸਿਰ ਹੀ ਪਾਇਆ। ਸਾਨੂੰ ਇੱਕ ਨਹੀਂ, ਇਹ ਅਸੀਂ ਤਾਂ ਇਹਨਾਂ ਭਾਣਿਆਂ ਦੇ ਨਾਲ ਅੱਜ ਵਿਦੇਸ਼ਾਂ 'ਚ ਬੈਠੇ ਹਾਂ। ਕਿਉਂ ਬੈਠੇ ਹਾਂ? ਸਾਡਾ ਪੇਟ ਨਹੀਂ ਭਰਦਾ, ਸਾਡੇ ਜਿਹੜੇ ਕਰਜ਼ੇ ਆ ਉਹ ਸਾਡੇ ਸਿਰ ਚੜ ਗਏ, ਤੇ ਜਿਹੜੇ ਅਸੀਂ ਕਮਾਈ ਕਰਦੇ ਸੀ ਉਹਦੇ ਨਾਲ ਪੂਰੀ ਨਹੀਂ ਫੜਦੀ। ਹੁਣ ਆ ਸਾਨੂੰ ਇੰਨੇ ਬੰਦੇ ਕਿਸਾਨ ਉੱਥੇ ਬੈਠੇ ਆਪਣੇ ਧਰਨੇ ਤੇ 700 ਕਿਸਾਨ ਮਰ ਗਿਆ, ਜਿਨ੍ਹਾਂ ਨੂੰ ਅੱਜ ਤੱਕ ਉਹ ਮੋਦੀ ਕਹਿੰਦਾ ਪਤਾ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਕਿੱਥੇ ਆ ਕੌਣ। ਜੇ ਹੁਣ ਸਾਡੇ ਨਾਲ ਇਦਾਂ ਹੀ ਕਰੀ ਜਾਣੀ ਆ ਤਾਂ ਇੱਕ ਕਿਸਮ ਦਾ ਸਾਡਾ ਪੰਜਾਬ ਉਜਾੜ ਕੇ ਉੱਥੇ ਭਈਆਂ ਦਾ ਬਣਾ ਦੇਣਗੇ ਰਾਜ। ਮੈਂ ਤਾਂ ਇਸ ਕਰਕੇ ਬੇਨਤੀ ਕਰਦਾ ਵੀ ਸਾਡੇ ਭਰਾਵਾਂ ਨੂੰ ਕੋਈ ਨਾ ਕੋਈ ਮਿਹਰ ਹੋਣੀ ਚਾਹੀਦੀ ਆ। ਸਾਡਾ ਪੰਜਾਬ ਸੀ ਮਹਾਰਾਜੇ ਰਣਜੀਤ ਸਿੰਘ ਦੇ ਟਾਈਮ ਤੇ ਸਾਡਾ ਰਹਿਣਾ ਚਾਹੀਦਾ। ਸਾਡੇ ਪੰਜਾਬ ਦੇ ਵਸਣ ਦੇ ਨਾਲ ਸਾਡੀ ਆਪਾਸ਼ੀ ਵੱਧਦੀ ਰਹੇ। ਤਾਂ ਇਸ ਲਈ ਮੈਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸਤਾਦ ਜੀ ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਨਾਮ ਕਿਰਪਾਲ ਸਿੰਘ ਪੰਧੇਰ। ਕਿਰਪਾਲ ਸਿੰਘ ਜੀ ਪੰਜਾਬ ਚੋਂ ਕਿਹੜੇ ਪਿੰਡ ਤੋਂ ਦੇ? ਮੈਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਝੰਮਟ ਪਿੰਡ ਹੈ। ਜਦੋਂ ਤੁਸੀਂ ਛੋਟੇ ਹੁੰਦੇ ਸੀ ਕਿੰਨੀ ਉਮਰ ਹੋ ਗਈ ਜੀ ਆਪਣੀ? ਮੇਰੀ ਅਬਾਊਟ 91 ਆ। ਮੁਬਾਰਕਾਂ ਤੁਹਾਨੂੰ। ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਪੰਜਾਬ ਕਿਹੋ ਜਿਹਾ ਸੀ, ਤੇ ਜਦੋਂ ਜਵਾਨ ਹੋਏ ਉਦੋਂ ਕੀ ਕੁਝ ਬਦਲ ਚੁੱਕਿਆ ਸੀ, ਤੇ ਹੁਣ ਤੱਕ ਕੀ ਬਦਲ ਚੁੱਕਿਆ? ਦੇਖੋ, ਇੱਕ ਸੁਸਾਇਟੀ ਦੇ ਆਪਣੇ ਦੇ 3 ਪਾਰਟ ਹੁੰਦੇ ਨੇ, ਇੱਕ ਪੋਲੀਟੀਕਲ, ਇੱਕ ਸਮਾਜਿਕ ਕਹਿ ਲਓ, ਇੱਕ ਦੂਜਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਤਬਦੀਲੀ ਆਈ ਆ। ਉਦੋਂ ਬਾਅਦ ਬਹੁਤ ਜ਼ਿਆਦਾ ਕਰਪਸ਼ਨ ਹੋਈ ਆ, ਹੱਦ ਤੋਂ ਜ਼ਿਆਦਾ।
ਉਸ ਵੇਲੇ ਕਰਪਸ਼ਨ ਨਹੀਂ ਸੀ ਹੁੰਦੀ ਬਿਲਕੁਲ ਹੀ, ਨਾ ਵਾਂਗੂ ਸੀਗੀ। ਤੇ ਦੂਸਰੀ ਪੋਲੀਟੀਕਲ ਸਿਸਟਮ 47 ਸ਼ੁਰੂ ਹੋਇਆ ਤੇ ਪੋਲੀਟੀਕਲ ਸਿਸਟਮ ਵੀ ਬਹੁਤ ਸੋਹਣਾ ਸੀਗਾ। ਉਸ ਵੇਲੇ ਦੇ ਲੀਡਰ ਤੁਸੀਂ ਆਮ ਤੌਰ ਤੇ ਦੇਖ ਲਓ, ਕਿਸੇ ਨੇ ਕੁਝ ਨਹੀਂ ਬਣਾਇਆ, ਕਿਸੇ ਨੇ ਕੋਈ ਚੀਜ਼ ਨਹੀਂ, ਕਿਸੇ ਨੇ ਕੋਈ ਨਹੀਂ, ਚਾਹੇ ਕਿਸੇ ਪਾਰਟੀ ਦਾ ਕੋਈ ਇੱਕ ਦਾ ਤਾਂ ਹੁੰਦਾ ਹੀ ਆ, ਕੋਈ ਨੇਕ ਆਮ ਨਹੀਂ ਹੈਗਾ ਸੀ। ਹੁਣ ਆ ਪਿਛਲੇ ਜਿਹੜੇ ਹੁਣ ਇਹ ਆ ਵੀ ਜਿਹੜਾ ਜੇ ਅੱਜ ਉਹਦੇ ਕੋਲ ਅੱਜ ਲਿਖ ਕੇ ਦਿੰਦਾ ਨਾ ਬਈ ਇਲੈਕਸ਼ਨ ਵੇਲੇ ਲਿਖ ਕੇ ਦੇਣਾ ਹੁੰਦਾ ਨਾ ਵੀ ਮੇਰੇ ਕੋਲ ਕਿੰਨੀ ਪ੍ਰਾਪਰਟੀ ਆ, ਕਿੰਨਾ ਕੈਸ਼ ਆ, 10 ਜੇ ਉਹ 1 ਕਰੋੜ ਦੇ ਲਿਖਦਾ 5 ਸਾਲ ਵਿੱਚ ਤਾਂ ਉਹ 10 ਕਰੋੜ ਲਿਖਦਾ। ਕੋਈ ਨਹੀਂ ਉਹਨੂੰ ਪੁੱਛਦਾ ਵੀ ਇਹ 9 ਕਰੋੜ ਤੋਂ ਕਿੱਥੋਂ ਆਇਆ। ਉਹ ਪਹਿਲਾਂ ਫਾਈਲ 'ਚ ਰੱਖ ਲਿਆ ਪੇਪਰ, ਫੇਰ ਫਾਈਲ 'ਚ ਰੱਖ ਲਿਆ ਪੇਪਰ, ਦੈਟਸ ਇਟ। ਹੋਰ ਪੋਲੀਟੀਕਲ ਸਿਸਟਮ ਬਹੁਤ ਕਰਪਟ ਹੋਇਆ। ਉਹਦੇ ਨਾਲ ਹੀ ਪੋਲੀਟੀਕਲ ਸਿਸਟਮ ਨਾਲ ਹੀ ਜਿਹੜੀ ਨੌਕਰਸ਼ਾਹੀ 'ਚ ਆ, ਐਡਮਿਨਿਸਟ੍ਰੇਸ਼ਨ ਦੇ ਵਿੱਚ ਆ, ਕਰਪਸ਼ਨ ਆਈ ਆ। ਬਾਕੀ ਦਾ ਭਾਈਚਾਰਕ ਸਾਂਝ ਜਿਹੜੀ ਉਹ ਕਈ ਗੱਲਾਂ 'ਚ ਅੱਗੇ ਨਾਲੋਂ ਚੰਗੀ ਆ, ਕਈ ਨੁਕਸ ਵੀ ਪਏ ਨੇ, ਕਈ ਪਹਿਲਾਂ ਵੀ ਨੁਕਸ ਹੁੰਦੇ ਸੀ, ਚਲੋ ਉਹ ਪਰ ਠੀਕ ਹੀ ਆ। ਕੀ ਨਾਂ ਸਦਾ ਜੀ ਆਪਣਾ? ਗੁਰਦਿਆਲ ਸਿੰਘ ਜੋਹਲ। ਜਗਰਾਜ ਸਿੰਘ ਜੋਹਲ। ਹਾਂਜੀ। ਜੋਹਲ ਸਾਹਿਬ ਪੰਜਾਬ ਤੋਂ ਕਿਹੜੇ ਪਿੰਡ ਤੋਂ ਜੀ? ਮੰਡਿਆਣੀ, ਜ਼ਿਲ੍ਹਾ ਲੁਧਿਆਣਾ। ਲੁਧਿਆਣੇ ਤੋਂ। ਠੀਕ ਹੈ ਜੀ। ਤੁਸੀਂ ਆਪਣੀ ਜ਼ਿੰਦਗੀ 'ਚ ਕਿਹੜੀਆਂ ਤਬਦੀਲੀਆਂ ਵੇਖੀਆਂ ਕਿਸੇ ਵੀ ਮਾਮਲੇ 'ਚ, ਭਾਵੇਂ ਉਹ ਖਾਣ ਪੀਣ ਦੇ, ਰਹਿਣ ਸਹਿਣ ਦੇ, ਖੇਤੀਬਾੜੀ ਦੇ, ਮੁੰਡਿਆਂ ਕੁੜੀਆਂ ਦੇ ਜੋ ਸੁਭਾਅ ਬਦਲਿਆ, ਉਹਨਾਂ ਦੇ ਵਤੀਰੇ ਬਦਲਿਆ, ਪੜ੍ਹਾਈ ਦੇ ਮਾਮਲੇ 'ਚ, ਧਰਮ ਦੇ ਮਾਮਲੇ 'ਚ, ਕਿਸੇ ਵੀ ਮਾਮਲੇ 'ਚ ਜੋ ਤਬਦੀਲੀਆਂ ਤੁਸੀਂ ਨੋਟ ਕੀਤੀਆਂ ਉਹਨਾਂ ਦੇ ਬਾਰੇ ਕੁਝ ਦੱਸੋ। ਤਕਰੀਬਨ ਮੈਂ 1962 'ਚ ਮੈਟ੍ਰਿਕ ਕੀਤੀ ਆ। ਉਦੋਂ ਪਹਿਲਾਂ ਜਿਹੜੀਆਂ 10 ਜਮਾਤਾਂ ਪੜ੍ਹੀਆਂ, ਉਦੋਂ ਬੜਾ ਸਾਦਾ ਹੁੰਦਾ ਸੀ, ਇੱਕ ਜਾਂ ਦੋ ਹੀ ਕੁੜਤੇ ਪਜਾਮੇ ਹੁੰਦੇ ਸੀ। ਉਹ ਵੀ ਕਈ ਵਾਰੀ ਗੋਡਿਆਂ ਤੋਂ ਪਾੜ ਜਾਂਦੇ ਸੀ, ਵੀ ਟਾਕੀਆਂ ਲਾ ਕੇ ਦੂਰੋਂ ਦਿਖਾਉਂਦੇ ਸੀ ਇੱਕ ਦੂਜੇ ਨੂੰ, ਵੀ ਦੇਖ ਤਾਂ ਪਤਾ ਤਾਂ ਨਹੀਂ ਲੱਗਦਾ। ਤੇ ਕਿਸ ਹਫ਼ਤੇ ਬਾਅਦ ਹੀ ਕੇਸੀ ਨਹਾਉਂਦੇ ਸੀ ਮੀਡੀਆਂ ਕੀਤੇ ਹੋਏ। ਤਕਰੀਬਨ 8ਵੀਂ 10ਵੀਂ ਤਾਈਂ ਇਹੋ ਜਿਹਾ ਮਾਹੌਲ ਰਿਹਾ। ਖਰਚ ਬਹੁਤ ਘੱਟ ਸੀਗੇ, ਪਰ ਨਾਲ ਇਸ ਦੀ ਬਜਾਏ ਜਿਹੜਾ ਦੁੱਧ ਅਤੇ ਘਿਓ ਉਹ ਬਹੁਤ ਜ਼ਿਆਦਾ ਸੀ। ਸਿਆਲੋ ਸਿਆਲ ਖੋਏ ਪੰਜੀਰੀਆਂ ਰੱਜ ਖਾਂਦੇ ਸੀ, ਸਿਹਤ ਪੱਖੋਂ ਚੰਗੇ ਸੀ। ਤੇ ਉਸ ਤੋਂ ਬਾਅਦ ਦਾ ਜਿਹੜਾ ਪੀਰੀਅਡ ਆਉਂਦਾ ਵਾ ਆਪਣੇ 62 ਤੋਂ, ਜਾਂ ਮੇਰੇ ਪੜ੍ਹਾਈ ਤੋਂ ਬਾਅਦ ਚਲੋ ਟ੍ਰੇਨਿੰਗ ਕੀਤੀ ਮੈਂ ਫਗਵਾੜੇ, ਫਿਰ ਮਾਸਟਰ ਲੱਗਿਆ। ਉਸ ਤੋਂ ਬਾਅਦ ਤਕਰੀਬਨ ਕੁਛ ਜਾਗਰਤੀ ਆਉਣ ਲੱਗ ਗਈ। 65 ਤੋਂ ਬਾਅਦ ਟੀਚਰ ਲੱਗਣ ਲੱਗ ਗਏ, ਹੋਰ ਮਹਿਕਮਿਆਂ 'ਚ ਭਰਤੀਆਂ ਹੋਣ ਲੱਗ ਗਈਆਂ। ਕੈਰੋਂ ਨੇ ਵੀ ਕੁਛ ਨਾ ਕੁਛ ਸੁਧਾਰ ਕੀਤੇ, ਚਲੋ ਬਾਹਲਾ ਬੁਰਾ ਤਾਂ ਨਹੀਂ ਹੋਇਆ, ਉਸ ਦੇ ਟਾਈਮ ਵੀ ਠੀਕ ਚੱਲਦਾ ਰਿਹਾ। ਉਦੋਂ ਬਾਅਦ ਦਾ ਜਿਹੜੇ ਪਾਇਆ ਯੁੱਗ, ਫਿਰ 1971-72 ਦੇ ਵਿੱਚ ਕੁਛ ਨੌਜਵਾਨ ਆਪਣੇ ਬੰਗਾਲ ਵੱਲੋਂ ਇਹ ਮਹਿਸੂਸ ਕਰਕੇ ਵੀ ਜ਼ਮੀਨ ਹਲ ਵਾਹਕ ਦੀ, ਵੀ ਜਿਹੜਾ ਹਲ ਵਾਹੁੰਦਾ ਉਹਨੂੰ ਮਿਲੇ। ਇਸ ਤਰ੍ਹਾਂ ਜਿਵੇਂ MP ਉੱਧਰੋਂ ਬੰਗਾਲ ਦੇ ਵਿੱਚੋਂ ਬਗਾਵਤ ਕਰ ਗਏ ਸੀ, ਛੱਡ ਗਏ ਸੀ ਵੀ ਭਾਈ ਤੁਸੀਂ ਜ਼ਮੀਨਾਂ ਦੇ ਵੱਡੇ ਲੁਟੇਰਿਆਂ ਤੋਂ ਸਾਨੂੰ ਬਚਾਓ। ਉਹਦੇ ਨਾਲ ਫਿਰ ਬਾਦਲ ਦੇ ਰਾਜ ਆਇਆ 71-72 'ਚ। ਇਹਨਾਂ ਨੇ ਤਕਰੀਬਨ 100-125 ਬੰਦਾ ਫੜ ਕੇ ਵੱਢਤਾ ਟੁੱਕਤਾ, ਯਾਨੀ ਗੋਲੀ ਨਹੀਂ ਫੜ ਕੇ, ਗੋਲੀਆਂ ਨਹੀਂ ਮਾਰੀਆਂ, ਵੱਢ ਕੇ ਮਾਰੇ। ਬਹੁਤ ਬੁਰਾ ਹਾਲ ਰਿਹਾ। ਉਹ ਭੈੜਾ ਯੁੱਗ ਵੀ ਅਸੀਂ ਪੂਰਾ ਦੇਖਿਆ, ਫਿਰ ਸਾਡੇ ਸਾਥੀ ਵੀ ਸੀ, ਮੈਂ ਜਾਣਦਾ ਵੀ ਸੀ। ਉਸ ਤੋਂ ਬਾਅਦ ਫਿਰ ਟਿਕਿਆ ਚੱਲਦਾ ਰਿਹਾ। ਫਿਰ 78 'ਚ ਆ ਕੇ ਕਪੂਰੀ ਦਾ ਮੋਰਚਾ ਲੱਗ ਗਿਆ, ਉਹਦੇ ਨਾਲ ਵੀ ਹਾਲਾਤ ਹਿਲਚੁਲ ਹੋ ਗਏ। ਫਿਰ ਆਪਾਂ ਸਾਰੇ ਹੀ ਜਾਣਦੇ ਹਾਂ 84 'ਚ ਆ ਕੇ ਜਿਹੜਾ ਪੰਜਾਬ ਦੇ ਵਿੱਚ ਹਰਿਮੰਦਰ ਸਾਹਿਬ 'ਤੇ ਅਟੈਕ ਹੋ ਗਿਆ। ਫਿਰ ਉਸ ਤੋਂ ਬਾਅਦ ਸਾਰੇ ਪਾਸੇ ਅਸਥਿਰਤਾ ਫਿਰ ਗਈ। ਜਿਹੜਾ ਘਰੋਂ ਜਾਂਦਾ ਸੀ ਉਹ ਵੀ ਡਰਦਾ ਸੀ, ਜਿਹੜਾ ਘਰੇ ਰਹਿੰਦਾ ਸੀ ਉਹ ਵੀ ਡਰਦਾ ਸੀ। ਜਿਹੜੇ ਘਰੇ ਪੁੱਤ ਕਿਸੇ ਦੇ ਰੋਟੀ ਖਾਣ ਵੀ ਆ ਜਾਂਦੇ ਸੀ ਬਾਹਰਲੇ ਬੰਦੇ, ਉਹ ਵੀ ਡਰਦੇ ਸੀ ਵੀ ਸਾਨੂੰ ਵੀ ਮਾਰ ਦੇਣਾ। ਵਿਦੋਸ਼ੇ ਵੀ ਮਾਰੇ, ਦੋਸ਼ੇ ਵੀ ਮਾਰੇ, ਦੋਨੇ ਪਾਸੇ ਆਪਣੇ ਮਾਰ ਪੈਂਦੀ ਰਹੀ। ਅਸੀਂ ਵੀ ਕੁਛ ਅਧਿਆਪਕ ਇਕੱਠੇ ਸੀਗੇ, ਜਿੱਥੇ ਜ਼ੁਲਮ ਖਾੜਕੂ ਗਲਤ ਕੰਮ ਕਰਦੇ ਸੀ, ਅਸੀਂ ਉੱਥੇ ਵੀ ਜਾ ਕੇ ਇਕੱਠੇ ਹੋ ਕੇ ਕਹਿੰਦੇ ਸੀ ਮਾੜਾ ਕਰਦੇ ਹੋ। ਜੇ ਕਿਸੇ ਨੇ ਲੋਕਾਂ ਨੇ ਜਿਹੜੇ ਲੋਕ ਫੜਾਉਂਦੇ ਸੀ, ਕਰਾਉਂਦੇ ਸੀ ਗਲਤ ਕੰਮ, ਉਹਨਾਂ ਨੂੰ ਵੀ ਕਹਿੰਦੇ ਰਹੇ ਦੁਰਪੇਟੇ ਆ। ਇਹੋ ਜਿਹੇ ਹਾਲਾਤ ਰਹੇ। ਉਦੋਂ 'ਚ ਆਪਾਂ ਸਾਰੇ ਜਾਣਦੇ ਹਾਂ 84 ਤੋਂ ਬਾਅਦ ਆਪਣੇ ਹਾਲਾਤ ਤਕਰੀਬਨ ਭੈੜੇ ਆਏ। 92 ਦੀਆਂ ਇਲੈਕਸ਼ਨਾਂ 'ਚ ਬਾਈਕਾਟ ਹੋ ਗਿਆ। ਸਾਡੇ ਮਾਸਟਰ ਇੱਕ ਵੋਟ ਵੀ ਨਹੀਂ ਸੀ ਪਈ, ਸਾਰੇ ਡਰਦੇ ਸੈਂਟਰਾਂ ਤੋਂ ਮੁੜੇ ਆਏ ਸੀਗੇ। ਫਿਰ ਆਈ ਉਹ 92 ਵਾਲੀ ਸਰਕਾਰ ਜਿਹੜੀ, ਉਹਦੇ 'ਚ ਬੇਅੰਤ ਸੌ ਮੌਕੇ ਉਦੋਂ ਵੀ ਪੰਜਾਬ ਦੇ ਹਾਲਾਤ ਬਾਹਲੇ ਚੰਗੇ ਨਹੀਂ ਹੋਏ। ਚਾਹੇ ਉਹਦੇ ਬੰਦੇ ਮਾਰਨਾ ਤਾਂ ਕਹਿਤਾ ਵੀ ਮੈਂ ਕੋਈ ਸ਼ਾਂਤੀ ਕਰਤੀ, ਪਰ ਉਹ ਫੜਫੜਾਈ ਦੇ ਵਿੱਚ ਵੀ ਗਲਤ ਵੀ ਬੰਦੇ ਬਹੁਤ ਮਰੇ, ਬਹੁਤ ਨੁਕਸਾਨ ਹੀ ਹੋਇਆ। ਇਹ ਉਹ ਨਹੀਂ ਹੈ ਵੀ ਕਾਂਗਰਸ ਦਾ ਹੋਇਆ, ਅਕਾਲੀ ਦਾ ਹੋਇਆ, ਹਿੰਦੂ ਦਾ ਹੋਇਆ, ਸਿੱਖ ਦਾ ਹੋਇਆ, ਸਿਰਫ ਮਨੁੱਖਤਾ ਦਾ ਹੀ ਕਾਣ ਹੋਇਆ ਉਹ ਜਿਹੜੇ ਸਾਲ ਸੀਗੇ। ਫਿਰ 97 'ਚ ਆ ਕੇ ਇਲੈਕਸ਼ਨ ਹੋਈ, ਉਹਦੇ ਵਿੱਚ ਫਿਰ ਕਾਂਗਰਸ ਦਾ ਜਿਹੜਾ ਰਾਜ ਸੀ ਬਿਨਾਂ ਵੋਟਾਂ ਵਾਲਾ, ਕਈ ਇਹ ਸੀ ਸਾਡੇ ਤਰਸੇਮ ਜੋਧਾ ਸੀ, ਉਹ 600 ਵੋਟ ਨਾਲ ਹੀ MLA ਬਣ ਗਿਆ ਸੀਗਾ। ਹੁਣ ਤਾਂ 63,000 75,000 ਤੇ ਜਿੱਤਦੇ ਆ, ਉਦੋਂ ਵੋਟਾਂ ਹੀ 600 ਪਈ ਸੀ। ਉਹ ਹਾਲਾਤ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ, ਉਦੋਂ ਫਿਰ ਵੀ ਹਾਲਾਤ ਕੁਛ ਹੋਰ ਤਰ੍ਹਾਂ ਦੇ ਲੱਗੇ ਵੀ ਖਨੀ ਟਿਕਟਕਾ ਹੋ ਗਿਆ, ਹੋਰ ਹੋ ਗਿਆ। ਪਰ ਵੱਡਾ ਕਾਰਨ ਇਹ ਆ ਜਿਹੜੀਆਂ ਸਰਕਾਰਾਂ ਨਾ, ਚਾਹੇ ਪਹਿਲਾਂ ਕਾਂਗਰਸ ਦੀ ਰਹੀ, ਫਿਰ ਅਕਾਲੀਆਂ ਦੀ ਰਹੀ,
ਉਦੋਂ ਪਹਿਲਾਂ ਤਾਂ ਠੀਕ ਠਾਕ ਚੱਲੀ ਗਏ, ਥੋੜਾ ਬਹੁਤਾ ਲੁੱਟਮਾਰ ਹੁੰਦੀ ਸੀ ਐਮਐਲਏਆਂ ਨੂੰ ਵੀ ਆਮ। ਮੈਂ ਜਿਵੇਂ ਟੀਚਰ ਯੂਨੀਅਨ ਸੀ, ਅਸੀਂ ਬਕਾਇਦਾ 1975 ਤੋਂ ਹੀ ਦਰਾਂ 'ਚ ਬਹਿ ਜਾਂਦੇ ਸੀ, ਜਾਂ ਐਮਐਲਏ ਡਰਦੇ ਸੀਗੇ ਲੋਕਾਂ ਤੋਂ ਹੀ ਵੀ ਕਿਤੇ ਗਲਤ ਕੰਮ ਨਾ ਕਰੀਏ। ਫਿਰ ਜਿਹੜਾ ਯੁੱਗ ਆਇਆ 97 ਤੋਂ ਆਪਣੇ ਦੋ ਤੱਕ ਦਾ, ਉਹਦੇ ਵਿੱਚ ਉਹ ਰਾਜ ਜਿਹੜਾ ਅਕਾਲੀਆਂ ਦਾ ਆਇਆ, ਉਹਦੇ 'ਚ ਕੁਛ ਵੀ ਉਹ ਲੱਗਣ ਲੱਗ ਗਿਆ ਵੀ ਚਾਹੇ ਕੰਮ ਡਿਵੈਲਪਮੈਂਟ ਹੋਈ, ਗਰਾਂਟਾਂ ਦਿੱਤੀਆਂ, ਗਲੀਆਂ ਸੜਕਾਂ ਬਣਾਈਆਂ, ਕੰਮ ਹੋਏ ਵੀ ਬਹੁਤ ਚੰਗੇ ਪੋਜੀਟਿਵ ਵੀ ਬਾਦਲ ਨੇ ਕੀਤੇ, ਪਰ ਨਾਲ ਵਿੱਚ ਇੱਕ ਉਹ ਬੰਦੇ ਆ ਬੜੇ ਜਿਹੜੇ ਲੁੱਟਮਾਰ ਵੱਧ ਕਰਨ ਲੱਗ ਗਏ, ਮਾਹੌਲ ਵਿਗੜਨ ਲੱਗ ਗਿਆ। ਫਿਰ ਉਦੋਂ ਬਾਅਦ ਜਿਹੜਾ 2 ਤੋਂ 7 ਤੱਕ ਸੀ ਉਹ ਰਾਜੇ ਦਾ ਆ ਗਿਆ, ਉਹਨਾਂ ਦਾ ਫੇਰ ਆਪਸ ਵਿੱਚ ਇੱਕ ਦੂਜੇ ਨੂੰ ਅੰਦਰ ਕਰਨਾ, ਉਹਨੇ ਅੰਦਰ ਕਰਨਾ, ਮਾਹੌਲ ਪੰਜਾਬ ਦਾ ਖਰਾਬ ਰਿਹਾ। ਪਰ ਨਿਰੇ ਡਾਕੂ ਆ ਬੜੇ ਸਿਆਸਤ ਦੇ ਵਿੱਚ, ਚਾਹੇ ਪਹਿਲਾਂ ਅਕਾਲੀਆਂ ਸੀ ਫਿਰ ਕਾਂਗਰਸ ਵਿੱਚ ਸੀ। ਬਰਾੜ ਸਾਹਿਬ, ਮੈਨੂੰ ਇੱਥੋਂ ਆ ਕੇ ਪਤਾ ਲੱਗਿਆ, ਥੋੜਾ ਪਹਿਲਾਂ ਪਤਾ ਸੀ ਤੁਸੀਂ ਵੱਡੇ ਅਫਸਰ ਰਹੇ ਹੋ ਨੇਵੀ ਦੇ ਵਿੱਚ, ਕੁਝ ਆਪਣੀਆਂ ਨੇਵੀ 'ਚ ਭਰਤੀ ਹੋਣ ਵੇਲੇ ਦੀਆਂ ਜਾਂ ਵਰਕ ਜਦੋਂ ਤੁਸੀਂ ਕਰਦੇ ਸੀ, ਜਦੋਂ ਫੌਜ ਸੀਗੇ, ਉਸ ਟਾਈਮ ਦੀਆਂ ਕੁਝ ਖਾਸ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ। ਉਸ ਟਾਈਮ ਤਾਂ ਜੀ ਮੈਂ 1954 'ਚ 10ਵੀਂ ਪਾਸ ਕੀਤੀ ਅਤੇ ਮੈਂ ਪੁਲਿਸ ਭਰਤੀ ਹੋ ਗਿਆ। ਉਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ ਰੱਖਾਂਗੇ ਅਸੀਂ ਮਦਦ ਦੇ ਮੁਹੱਰਰ ਮੁਨਸ਼ੀ ਦਾ ਮਦਦਗਾਰ। ਅਤੇ ਮੈਂ ਘਰੇ ਆ ਕੇ ਬਾਪੂ ਨੂੰ ਦੱਸਿਆ, ਉਹ ਕਹਿੰਦਾ ਪੁਲਿਸ 'ਚ ਪੈਨਸ਼ਨ ਨਹੀਂ ਮਿਲਦੀ, ਪੁਲਿਸ 'ਚ ਨਹੀਂ ਭਰਤੀ ਹੋਣਾ, ਕਿਉਂਕਿ ਬਾਪੂ ਮੇਰਾ ਫੌਜ 'ਚ ਸੀ ਸੂਬੇਦਾਰ। ਅਤੇ ਉਹ ਜਾ ਕੇ ਸੁਪਰਡੈਂਟ ਦੇ ਪੇਸ਼ ਹੋ ਗਿਆ, ਉਹਨੂੰ ਕਹਿੰਦਾ ਜੀ ਅਸੀਂ ਮੁੰਡੇ ਨੂੰ ਅੱਗੇ ਪੜ੍ਹਾਉਣਾ। ਉਹ ਕਹਿੰਦਾ ਠੀਕ ਹੈ। ਅਤੇ ਮੁੰਡੇ ਨੇ ਪੜ੍ਹਨਾ ਕੀ ਸੀ, ਮੈਂ ਨੇਵੀ 'ਚ ਭਰਤੀ ਹੋ ਗਿਆ ਫਿਰੋਜ਼ਪੁਰ ਜਾ ਕੇ, ਉੱਥੋਂ ਬੰਬਈ ਚਲੇ ਗਏ, ਸਾਰੀ ਉਮਰ ਉੱਥੇ ਸਰਵਿਸ ਕੀਤੀ ਜਹਾਜ਼ਾਂ ਦੀ ਵੀ, ਹੋਰ ਜਿੱਥੇ ਵੀ ਕਿਤੇ ਉਹਨਾਂ ਨੇ ਭੇਜਿਆ, ਫੌਜ ਵਾਲਿਆਂ ਨੇ ਗਏ, ਬੜੀ ਚੰਗੀ ਜ਼ਿੰਦਗੀ ਸੀ। ਅਤੇ ਉਦੋਂ ਸਾਡਾ ਇੱਕ ਰਿਸ਼ਤੇਦਾਰ 64 'ਚ ਇੱਥੇ ਆਇਆ ਸੀ, ਉਹ ਕਹਿੰਦਾ ਵੀ ਤੂੰ ਆ ਜਾ ਕਨੇਡਾ ਸੱਦ ਲੈਣੇ ਤੈਨੂੰ। ਉਦੋਂ ਇਹ ਸੀ ਵੀ ਇੱਥੋਂ ਬੰਦਾ ਟਿਕਟ ਭੇਜ ਦੇ ਅਤੇ ਆ ਸਕਦਾ ਜੀ। ਘਰ ਵਾਲੀ ਨਾਲ ਸਲਾਹ ਕੀਤੀ, ਉਹ ਕਹਿੰਦੀ ਵਧੀਆ ਜਵਾਕ ਪੜ੍ਹਦੇ ਆ, ਪੱਖੇ ਲੱਗੇ ਆ, ਕੀ ਕਰਨਾ ਜਾ ਕੇ। ਅਤੇ ਅਸੀਂ ਉੱਥੇ ਰਹਿ ਗਏ। ਫਿਰ ਕੁਦਰਤ ਨੇ ਇਹੋ ਜਿਹਾ ਚਾਂਸ ਬਣਾਇਆ, ਮੁੰਡਾ ਮੇਰਾ ਇੱਥੇ ਵਿਆਹਿਆ ਗਿਆ, ਉਹਨੇ ਸਾਨੂੰ ਸੱਦ ਲਿਆ, ਅਸੀਂ ਇੱਥੇ ਆ ਗਏ ਬਸ। ਕੋਈ ਸਮੁੰਦਰੀ ਯਾਤਰਾ ਦੀ ਗੱਲ ਵੀ ਸੁਣਾਓ ਜਿਹੜੀ ਅਸੀਂ ਕਦੇ ਨਹੀਂ ਵੇਖੀ। ਸਮੁੰਦਰੀ ਯਾਤਰਾ ਦੀ ਗੱਲ ਇਹ ਹੈ ਨਾ ਵੀ ਅਸੀਂ ਫੌਜੀਆਂ ਨੂੰ ਇਹ ਖਾਲਸਾ ਸਕੂਲ 'ਚ ਸੱਦਿਆ, ਸਾਰਿਆਂ ਨੂੰ ਪੁੱਛਦੇ ਜੀ ਵੀ ਕੀ ਕੀਤਾ। ਉਹ ਕਹਿੰਦੇ ਜੀ ਜਦੋਂ ਤੁਸੀਂ ਬੰਦਿਆਂ ਨੂੰ ਮਾਰਦੇ ਹੋ ਜਾਂ ਲੜਦੇ ਹੋ, ਤੁਹਾਨੂੰ ਡਰ ਨਹੀਂ ਲੱਗਦਾ? ਮੈਂ ਕਿਹਾ ਤੁਹਾਡੇ ਪਿੱਛੇ ਕੁੱਤਾ ਪੈ ਜੇ, ਤੁਸੀਂ ਬਥੇਰੇ ਹੱਥ ਪੈਰ ਮਾਰਦੇ ਹੋ, ਰੇਤਾ ਵੀ ਸਿੱਟਦੇ ਹੋ, ਜਦੋਂ ਤੁਹਾਡਾ ਗਿੱਟਾ ਫੜ ਹੀ ਲੈਂਦਾ ਫਿਰ ਤੁਸੀਂ ਉਹਦੇ ਨੱਕ ਦੇ ਮੁੱਕੀ ਮਾਰਦੇ ਹੋ, ਉਦੋਂ ਡਰ ਡਰ ਨਹੀਂ ਲੱਗਦਾ, ਉਦੋਂ ਆਪਦੇ ਬਚਾਅ ਦਾ ਹੀ ਖਿਆਲ ਹੁੰਦਾ। ਅਤੇ ਮੈਂ ਜਿਹੜਾ ਨੇਵੀ, ਸਾਨੂੰ ਆਪ ਨਹੀਂ ਬੰਦੇ ਮਾਰਨੇ ਪੈਂਦੇ। ਹੁਣ ਜਹਾਜ਼ ਹੈ ਜਿਹਦੇ 'ਚ 16 ਪਾਉਂਡ ਦਾ ਗੋਲਾ ਪੈਂਦਾ ਸੀ, ਅਸੀਂ ਤਾਂ ਗੋਲਾ ਹੀ ਉਹਦੇ 'ਚ ਭਰਨਾ ਸੀ, ਉਹ ਖਬਰਾਂ ਕਿਹਦੇ ਜਾ ਕੇ ਵੱਜਦਾ, ਕਿੱਥੇ ਕਿੰਨੇ ਮਰਦੇ। ਮੇਰਾ ਨਾਂ ਗੁਰਦਰਸ਼ਨ ਸਿੰਘ, ਪਿੰਡ ਮੇਰਾ ਤੋਥੜ, ਤਹਿਸੀਲ ਜਗਰਾਓਂ। ਗੁਰਦਰਸ਼ਨ ਸਿੰਘ ਜੀ, ਪੰਜਾਬ 'ਚ ਜੋ ਕੁਝ ਤੁਸੀਂ ਨਿੱਕੇ ਹੁੰਦਿਆਂ ਵੇਖਿਆ, ਉਹਦੇ ਬਾਰੇ ਕੁਝ ਦੱਸੋ। ਉਦੋਂ ਕਿੱਦਾਂ ਦੇ ਲੋਕ ਸੀ, ਕਿੱਦਾਂ ਦੀ ਖੇਤੀਬਾੜੀ ਸੀ, ਕਿੱਦਾਂ ਦਾ ਪਹਿਰਾਵਾ ਸੀ, ਸਕੂਲ ਕਿੱਦਾਂ ਦੇ ਸੀ? ਦੇਖੋ, ਬਚਪਨ ਦੇ ਵਿੱਚ ਜੋ ਕੁਛ ਦੇਖਿਆ, ਇੱਕ ਚੀਜ਼ ਜਿਹੜੀ ਮੈਨੂੰ ਅੱਜ ਤੱਕ ਮਹਿਸੂਸ ਹੁੰਦੀ ਆ, ਉਹ ਸਭ ਤੋਂ ਵੱਡੀ ਹੈ ਕਿ ਸਮੇਂ ਦੀ ਤਬਦੀਲੀ ਦੇ ਨਾਲ ਸਾਡੇ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਖੋਰਾ ਲੱਗਿਆ। ਸਾਂਝੇ ਪਰਿਵਾਰ ਆਲਮੋਸਟ ਟੁੱਟ ਗਏ। ਕਾਰਨ ਕੀ? ਜਿਵੇਂ ਐਜੂਕੇਸ਼ਨ ਆਈ, ਐਜੂਕੇਸ਼ਨ ਦੇ ਨਾਲ ਦਿਮਾਗੀ ਬਣਤਰ ਨਹੀਂ ਬਣੀ, ਨਿੱਜੀ ਸੋਚ ਬਦਲੀ। ਜਦੋਂ ਨਿੱਜੀ ਸੋਚ ਬਦਲਦੀ ਆ, ਉਦੋਂ ਆਪਣੇ ਨਹੀਂ ਰਹਿ ਜਾਂਦੇ। ਇਹ ਚੀਜ਼ ਦੀ ਜਿਹੜੀ ਬਹੁਤ ਜ਼ਿਆਦਾ ਤਬਦੀਲੀ ਆਈ ਆ, ਜਿਹੜੀ ਕਿ ਬਾਕੀ ਉਸ ਵੇਲੇ ਜਦੋਂ ਵੀ ਸਕੂਲੋਂ ਪੜ੍ਹ ਕੇ ਜਾਂਦੇ ਸੀ, ਜਾਂਦਿਆਂ ਨੂੰ ਕੋਈ ਨਾ ਕੋਈ ਕੰਮ ਹੁੰਦਾ ਸੀ ਜਿਹੜਾ ਕਰਨਾ। ਬਚਪਨ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਛੋਲਿਆਂ ਦਾ ਗੱਡਾ ਨਹੀਂ ਲੱਦਿਆ, ਬਾਕੀ 10ਵੀਂ ਜਮਾਤ ਤੱਕ ਸਾਰੇ ਕੰਮ ਕਰਨੇ ਸਿੱਖ ਲਏ ਸੀ ਅਤੇ ਪੜ੍ਹਾਈ ਵੀ ਕੀਤੀ। ਸਬੱਦੀ ਸਕੂਲ ਸੀ ਸਾਡੇ। ਮੇਰਾ ਪਿੰਡ ਇਹੋ ਜਿਹਾ ਪਿੰਡ ਆ ਜਿਹਨੂੰ ਕਿ ਫੌਜੀਆਂ ਦਾ ਪਿੰਡ ਕਰਕੇ ਜਾਣਿਆ ਜਾਂਦਾ। ਵਰਲਡ ਵਾਰ ਫਸਟ ਦੇ ਵਿੱਚ ਮੇਰੇ ਪਿੰਡ ਦੇ 12 ਬੰਦੇ ਸ਼ਹੀਦ ਹੋਏ ਅਤੇ 12 ਨੂੰ ਮੁਰੱਬੇ ਮਿਲੇ, ਔਰ ਉਹਨਾਂ ਵਿੱਚੋਂ ਜਿਹੜਾ ਕਿ ਮੇਰਾ ਖਿਆਲ ਆ ਲੁਧਿਆਣਾ ਜ਼ਿਲ੍ਹੇ ਕੀ ਦੇ ਵਿੱਚ ਸਭ ਤੋਂ ਜਿਹੜਾ ਹਾਈਐਸਟ ਅਵਾਰਡ ਸੀਗਾ, ਉਹ ਮੇਰੇ ਪਿੰਡ ਦੇ ਵਿੱਚ ਆਇਆ।
ਜਿਹਨੂੰ ਕੋਈ IOM ਕਹਿੰਦੇ ਸੀ, ਇੰਡੀਅਨ ਆਰਡਰ ਆਫ ਮੈਰਿਟ, ਉਹ ਆਇਆ। ਤੇ ਉਸ ਤੋਂ ਬਾਅਦ ਹੁਣ ਸਾਡਾ ਮੈਨੂੰ ਇਹ ਗੱਲ ਕਹਿੰਦੇ ਆ ਬੜਾ ਤਬਦੀਲੀਆਂ ਹਨ ਪਿੰਡ ਦੇ ਵਿੱਚ ਹਨ। ਮੈਂ ਉਨੀ ਹੀ ਗੱਲ ਕਰਾਂਗਾ। ਅੱਜ ਵੀ ਲੈਫਟੀਨੈਂਟ ਜਨਰਲ ਤੱਕ ਫੌਜ ਦੇ ਵਿੱਚ ਇੱਕ ਬ੍ਰਿਗੇਡੀਅਰ ਰੈਂਕ ਹਾਇਸ ਸੀ ਮੇਰੇ ਪਰਿਵਾਰ ਦਾ ਹੀ। ਹੁਣ ਮੇਰਾ ਭਤੀਜਾ ਜਿਹੜਾ ਲੈਫਟੀਨੈਂਟ ਜਨਰਲ ਤੋਂ ਉੱਪਰ ਤੱਕ ਪਹੁੰਚਿਆ। ਇਹ ਤਬਦੀਲੀਆਂ ਆਉਣ ਦੇ ਬਾਵਜੂਦ ਵੀ ਮਾਨਸਿਕ ਸੰਤੁਸ਼ਟੀ ਨਹੀਂ ਮਿਲੀ। ਪੜ੍ਹਾਈ ਵੀ ਕਰ ਲਈ, ਮੈਂ ਆਪਣੀ ਨਿੱਜੀ ਤੌਰ 'ਤੇ ਦੱਸ ਦਿੰਦਾ, ਮੈਂ ਪੜ੍ਹ ਲਿਆ, DM ਕਾਲਜ ਮੋਗੇ ਵੀ ਪੜ੍ਹ ਲਏ, ਉਸ ਤੋਂ ਬਾਅਦ ਨੌਕਰੀ ਵੀ ਕਰ ਲਈ। ਨੌਕਰੀ ਮੈਂ ਤਾਂ ਕਹਿੰਦਾ ਨਹੀਂ ਵੀ ਮਾੜੀ ਸੀ, ਲੋਕੀ ਕਹਿ ਦਿੰਦੇ ਆ ਫੌਜ ਮਾੜੀ ਸੀ। ਮੈਂ ਕਹਿੰਦਾ ਵੀ ਜਿੰਨੇ ਉਸ ਨੌਕਰੀ ਕਰਦਿਆਂ ਜੋ ਇੰਜੋਇਮੈਂਟ ਕੀਤੀ, ਮੈਂ ਕੈਨੇਡਾ ਦੀ ਧਰਤੀ 'ਤੇ ਨਹੀਂ ਕਰ ਸਕਿਆ। ਕੀ ਸ਼ੁਭ ਨਾਮ ਉਸਤਾਦ ਜੀ ਆਪਣਾ? ਅਰਜਨ ਸਿੰਘ ਧੰਜੂ, ਪਿੰਡ ਮੇਰਾ ਹਮਜਾ, ਜ਼ਿਲ੍ਹਾ ਅੰਮ੍ਰਿਤਸਰ 'ਚ ਜੀ। ਹੁਣ ਮੈਂ ਕਾਫੀ 30 ਕੁ ਸਾਲ ਤੋਂ ਮੋਹਾਲੀ ਵੇਲੇ ਵਸ ਰਿਹਾ ਤੇ ਮਹਿਕਮਾ ਮੇਰਾ ਨੌਕਰੀ ਕੀਤੀ ਹੈ ਖੇਤੀਬਾੜੀ ਮਹਿਕਮੇ 'ਚ। ਔਰ ਇਹੋ ਹੀ ਰੱਖੂੰਗਾ ਪਿਛਾ ਮੈਂ ਵੀ ਜਿੰਨੀ ਕੁ ਤਬਦੀਲੀ ਤੁਸੀਂ ਕਿਹਾ ਤਬਦੀਲੀਆਂ ਕੀ ਆਈਆਂ, ਹਾਂਜੀ ਹਾਂਜੀ, ਜਿੰਨੀ ਕੁ ਹੋਸ਼ ਮੁਤਾਬਕ ਮੈਂ ਵੀ ਮਾਈਗ੍ਰੇਸ਼ਨ ਕੀਤੀ ਆ ਪਾਕਿਸਤਾਨ 'ਚੋਂ। ਉਦੋਂ ਮੈਂ ਪਹਿਲੀ ਜਮਾਤ 'ਚ ਪੜ੍ਹਦਾ ਸੀ ਔਰ ਉਹਦੇ ਵਿੱਚ ਕੀ ਵੇਖਿਆ ਵੀ ਕਾਫਲੇ ਕਿਸ ਤਰ੍ਹਾਂ ਆਉਂਦੇ, ਗੱਡਿਆਂ ਗੁੱਡਿਆਂ ਦਾ ਸਾਰਾ ਵੇਖਿਆ ਵੀ ਕਿਸ ਤਰ੍ਹਾਂ ਲੋਕ ਰੁਲਦੇ ਆਉਂਦੇ ਆ ਜਾਂ ਕਿੱਦਾਂ। ਤੇ ਆ ਕੇ ਬਾਅਦ 'ਚ ਜ਼ਮੀਨਾਂ ਕੱਚੀਆਂ ਅਲਾਟ ਹੋਈਆਂ ਜੋ ਸਾਡੀ ਸੰਭਾਲ ਤੋਂ ਪਹਿਲਾਂ ਗੱਲਾਂ ਕਰਦੇ ਆ। ਜਦੋਂ ਜ਼ਮੀਨਾਂ ਅਲਾਟ ਹੋ ਗਈਆਂ ਫਿਰ ਖੂਹਾਂ ਦੀ ਖੇਤੀ ਸੀ। ਖੂਹਾਂ ਦੀ ਖੇਤੀ ਤੋਂ ਝੋਨਾ ਸਾਡੇ ਇਲਾਕੇ 'ਚ ਲੱਗਦਾ ਸੀ, ਉਦੋਂ ਵੀ ਲੱਗਦਾ ਸੀ। ਸਾਡੇ ਤੋਂ ਪਹਿਲਾਂ ਮੁਸਲਮਾਨ ਸੀ, ਉਹ ਵੀ ਝੋਨਾ ਬੀਜਦੇ ਹੁੰਦੇ ਸੀ। ਤੇ ਉਹ ਖੇਤੀ ਜਿਹੜੀ ਆ ਉਦੋਂ ਜਿਹੜੇ ਆਪਣੇ ਖੇਤ ਸੀ ਉਹ ਬੜੇ ਵੰਡੇ ਹੁੰਦੇ ਸੀ। ਕੋਈ ਖੇਤ ਦੀ ਗਾਂ ਕਈ ਜ਼ਿਮੀਂਦਾਰਾਂ ਆਪੋ ਵਿੱਚ ਰਲਦੇ ਮਿਲਦੇ ਸੀ ਤੇ ਉਹ ਝਗੜੇ ਬੜੇ ਸੀ ਉਹਨਾਂ ਦੇ ਆੜਾਂ ਦੇ ਰਾਹਾਂ ਦੇ। ਫਿਰ ਬਾਅਦ ਦੇ ਵਿੱਚ ਡਾਕਟਰ MS ਰੰਧਾਵੇ ਨੇ ਲਿਆਂਦੀ ਆ ਜ਼ਮੀਨ ਦੀ ਮਰਬੇਬੰਦੀ, ਉਹਦੇ ਨਾਲ ਬਹੁਤ ਸੁਧਾਰ ਹੋਇਆ। ਉਹ ਇੱਕ ਬੜੀ ਬਿਗ ਚੇਂਜ ਆਈ ਲੋਕਾਂ ਦੇ ਜੀਵਨ ਵਿੱਚ, ਖਾਸ ਕਿਸਾਨਾਂ ਦੇ। ਕਿਸਾਨੀ ਓਵਰਆਲ ਗਰੀਬੀ ਸੀ, ਇਸੇ ਕਰਕੇ ਬੱਚੇ ਬਹੁਤੇ ਪੜ੍ਹੇ ਕਿਸਾਨਾਂ ਦੇ, ਕਦੇ ਵਿਰਲੇ ਪੜ੍ਹੇ ਆ। ਦੇਖੋ ਜੀ, ਨਸ਼ਿਆਂ ਦੇ ਬਾਰੇ ਤਾਂ ਜੇ ਓਵਰਆਲ ਕਹੀਏ ਤਾਂ ਨੁਕਸਾਨ ਹੀ ਨੁਕਸਾਨ ਹੈ। ਤੁਸੀਂ ਫਾਇਦਾ ਪੁੱਛਿਆ, ਹੁਣ ਫਾਇਦਾ ਇਨੀਸ਼ੀਅਲ ਸਟੇਜ 'ਤੇ ਕਿਤੇ ਥੋੜ੍ਹਾ ਬਹੁਤਾ ਹੁੰਦਾ ਸੀ ਜਦੋਂ ਨਸ਼ੇ ਦੀ ਸ਼ੁਰੂਆਤ ਹੁੰਦੀ ਸੀ, ਲੇਕਿਨ ਜਿਉਂ-ਜਿਉਂ ਉਹਦੀ ਬਹੁਤਾਤ ਹੁੰਦੀ ਗਈ, ਕਮਰਸ਼ੀਅਲਾਈਜ਼ ਹੁੰਦਾ ਗਿਆ, ਬਾਕੀ ਆ ਸੋਸ਼ਲ ਸੈਟਅਪ ਜਿਹੜਾ ਉਹ ਚੇਂਜ ਹੁੰਦਾ ਗਿਆ। ਲੋਕਾਂ ਨੇ ਇਹਨੂੰ ਇੱਕ ਸਮਝੋ ਇਕਨੋਮਿਕ ਹਥਿਆਰ ਦੇ ਤੌਰ 'ਤੇ ਵਰਤਣਾ ਸ਼ੁਰੂ ਕਰਤਾ, ਖਾਸ ਕਰਕੇ ਪੋਲੀਟੀਕਲ ਪਾਰਟੀਆਂ ਨੇ। ਤੇ ਫਾਇਦੇ ਤਾਂ ਚਲੋ ਠੀਕ ਆ, ਪਹਿਲੀ ਸਟੇਜ ਦੇ ਉੱਪਰ ਨਸ਼ਾ ਥੋੜ੍ਹਾ ਬਹੁਤਾ ਕਰਕੇ ਖੇਤਾਂ 'ਚ ਕੰਮ ਕਰਦੇ ਸੀ ਲੋਕ, ਉਹਨਾਂ ਕੁ ਕਰਦੇ ਹੁੰਦੇ ਸੀ ਨਸ਼ਾ। ਅਸੀਂ ਇਹ ਵੀ ਦੇਖਿਆ ਵੀ ਉਹ ਅਫੀਮ ਖਾਂਦੇ ਹੁੰਦੇ ਸੀ ਜਦੋਂ ਹਾੜੀ ਵੱਢਦੇ ਸੀ, ਪਿੜ ਕੱਢਦੇ ਸੀ, ਫਸਲਾਂ ਕਿਉੜਦੇ ਸੀ ਆਪਦਾ ਸਾਰਾ। ਲੇਕਿਨ ਜਦੋਂ ਉਹ ਕੰਪਲੀਟ ਹੋਇਆ, ਜਿੰਨਾ ਨਸ਼ਾ ਉਹਦੇ ਵਿੱਚ ਉਹ ਇੱਕਦਮ ਛੱਡ ਦਿੰਦੇ ਸੀਗੇ। ਲੇਕਿਨ ਹੁਣ ਨਸ਼ੇ ਨੂੰ ਇਸ ਤਰ੍ਹਾਂ ਇਹਨਾਂ ਨੇ ਕੁਛ ਕਰ ਲਿਆ, ਨਾਲ ਕੈਮੀਕਲੀ ਬਣਾ ਕੇ ਪੇਸ਼ ਕਰਨ ਲੱਗ ਗਏ ਵੀ ਹੁਣ ਨਸ਼ਾ ਉਹ ਛੱਡ ਨਹੀਂ ਸਕਦੇ। ਅਸੀਂ ਇੱਥੇ ਆ ਕੇ ਅਸੀਂ ਨਾ ਖੁਦ ਜ਼ਿੰਦਗੀ ਦੇ ਵਿੱਚ ਕਦੇ ਕੋਈ ਫੀਮ ਵਗੈਰਾ ਨਹੀਂ ਖਾਧੀ, ਸ਼ਰਾਬ ਤਾਂ ਥੋੜ੍ਹੀ ਬਹੁਤੀ ਪੀ ਲੈਂਦੇ ਰਹੇ ਹਾਂ। ਅਤੇ ਇੱਥੇ ਆ ਕੇ ਇੱਕ ਟੈਨਲ ਥਿਰੀ ਮਿਲਦੀ ਹੈ ਇੱਥੇ, ਉਹ ਨਸ਼ੇ ਵਾਂਗੂ ਹੁੰਦੀ ਆ। ਅਸੀਂ ਉਹ ਵੀ ਬੰਦੇ ਵੇਖੇ ਆ, ਜਦੋਂ ਬੇਰੀ ਤੋੜਦੇ ਸੀ ਡਾਕਟਰ ਤੋਂ ਲਿਖਾ ਲੈਣੀ, ਡਾਕਟਰ ਨੇ ਲਿਖ ਦੇਣੀ ਵੀ ਗੋਡੇ ਦੁਖਦੇ ਆ ਜੀ, ਹਾਂ ਇਹਨੂੰ ਬੇਰੀ ਦੀ ਲੋੜ, ਇਹਨੂੰ ਟੈਨਲ ਥਿਰੀ। ਉਹ ਇੱਕ ਤਰ੍ਹਾਂ ਦੀ ਅਫੀਮ ਹੀ ਹੁੰਦੀ ਹੈ ਅਤੇ ਪ੍ਰੋਸੈਸਡ ਹੁੰਦੀ ਹੈ ਅਤੇ ਸਾਇੰਟੀਫਿਕ ਹੁੰਦੀ ਹੈ। ਉਹ ਬਸ ਉਨੀ ਖਾਣੀ ਉਹਨਾਂ ਨੇ, ਅੱਧੀ ਗੋਲੀ ਸਵੇਰੇ ਖਾ ਲੈਣੀ, ਅੱਧੀ ਦਿਹਾੜੀ ਬੇਰੀ ਤੋੜਨੀ, ਦੁਪਹਿਰੇ ਫਿਰ ਅੱਧੀ ਖਾ ਲੈਣੀ, ਫਿਰ ਸ਼ਾਮ ਤੱਕ ਤੋੜਨੀ। ਲੇਕਿਨ ਜਿੱਦਾਂ ਬੇਰੀ ਟੁੱਟਣੋਂ ਹਟ ਗਈ, ਜੇ ਤੁਹਾਡੇ ਕੋਲ 5 ਗੋਲੀਆਂ ਬਚੀਆਂ ਤਾਂ ਉਹ 5 ਉਵੇਂ ਹੀ ਰੱਖ ਦੇਣੀਆਂ, ਫਿਰ ਉਹ ਨਹੀਂ ਹੈ ਵੀ ਉਸ ਤੋਂ ਅੱਗੇ ਨੂੰ ਜਾਂਦਾ। ਇਹ ਸੀਗਾ ਇਹਦਾ ਥੋੜ੍ਹਾ ਜਿਹਾ ਪੋਜ਼ੀਟਿਵ ਪੱਖ। ਇਵੇਂ ਜਿਵੇਂ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਮੈਂ ਦੱਸਿਆ ਵੀ ਥੋੜ੍ਹੀ ਫੀਮ ਖਾ ਕੇ ਖੇਤੀ ਦਾ ਕੰਮ ਵੀ। ਫੀਮ ਦੀ ਖੇਤੀ ਕਰਨ ਦੀ ਗੱਲ ਕੀਤੀ ਜਾਂਦੀ ਹੈ, ਪੰਜਾਬ 'ਚ ਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਹਾਂਜੀ, ਇਹਦੇ ਬਾਰੇ ਕੀ ਸੋਚਦੇ ਹੋ? ਫਿਰ ਗੱਲ ਉਹੀ ਫਿਰ ਮੁੜ ਕੇ ਘੁੰਮ ਕੇ ਉੱਥੇ ਜਵਾਬ ਆ ਜਾਂਦਾ ਜੀ। ਜੇ ਤਾਂ ਉਹਦੇ ਬੇਸਿਕ ਨੇਚਰ ਹੈ ਜਿਹੜੀ, ਜਿਸ ਹਿਸਾਬ ਨਾਲ ਸ਼ੁਰੂ ਕਰਨ ਵਾਲੇ ਕਹਿੰਦੇ ਆ ਵੀ ਥੋੜ੍ਹੀ ਫੀਮ ਖਾਇਆ ਕਰਨਗੇ ਲੋਕ, ਦੂਜੇ ਨਸ਼ਿਆਂ ਤੋਂ ਮੁਕਤ ਹੋ ਜਾਣਗੇ। ਲੇਕਿਨ ਇਸੇ ਫੀਮ ਨੂੰ ਫਿਰ ਪ੍ਰੋਸੈਸ ਕਰਕੇ ਹੋਰ ਕੈਮੀਕਲੀ ਇਹਨੂੰ ਬਣਾ ਕੇ ਇਸ ਤਰ੍ਹਾਂ ਜ਼ਿਆਦਾ ਸਟਰੋਂਗ ਬਣਾ ਕੇ ਉਹਨੂੰ ਬੰਦੇ ਦੇ ਹੱਡਾਂ ਦੇ ਵਿੱਚ ਐਸੀ ਰਚਾ ਦਿੰਦੇ ਆ ਹੌਲੀ ਵੀ ਮੁੜ ਕੇ ਉਹ ਛੱਡਣ ਜੋਗਰਾ ਹੀ ਨਹੀਂ ਰਹਿੰਦਾ। ਉਹੀ ਜਿਹੜੀ ਤੁਹਾਨੂੰ ਇੱਕ ਪ੍ਰੋਸਪੈਰਿਟੀ ਦੇ ਤੌਰ 'ਤੇ ਪੇਸ਼ ਕੀਤੀ ਸੀ, ਉਹ ਤੁਹਾਡੇ ਵਾਸਤੇ ਘਰਸ ਬਣ ਜਾਣੀ ਹੈ। ਇਹ ਚੀਜ਼ ਹੈ, ਚੰਗੇ ਉਹਦਾ ਮਾੜਾ ਪੱਖ ਮੂਹਰੇ ਲੈ ਆਉਂਦੇ ਆ। ਕੀ ਸ਼ੁਭ ਨਾਮ ਵੀਰ ਜੀ ਆਪਣਾ? ਮੇਰਾ ਨਾਮ ਝਲਮਣ ਸਿੰਘ ਆ।
ਸ਼ਰਮਨ ਸਿੰਘ ਜੀ ਪੰਜਾਬ ਤੋਂ ਕਿੱਥੋਂ ਦੇ ਜੇ? ਪਿੰਡ ਰਾਜਪੁਰ ਡੱਬਾ, ਹਾਂਜੀ, ਜ਼ਿਲ੍ਹਾ ਨਵਾਂ ਸ਼ਹਿਰ। ਹੁਣ ਨਵਾਂ ਸ਼ਹਿਰ ਬਣਿਆ, ਪਹਿਲਾਂ ਜਲੰਧਰ ਸੀਗਾ। ਤੇ ਸਾਡੇ ਪਿੰਡ ਦੇ ਜਿੱਦਾਂ ਮਹਾਨ ਸ਼ਖਤੀਆਂ ਸੀਆਂ, ਰੁਸਤਮੇ ਹਿੰਦ ਹਰਬੰਸ ਸਿੰਘ, ਪ੍ਰਿੰਸੀਪਲ ਦੇ ਕਸ਼ਮੀਰਾ ਸਿੰਘ ਦੇ ਡੈਡੀ, ਉਹ ਸਾਡੇ ਵੀ ਉਹ ਗੁਰੂ ਸੇ, ਤਾਂ ਦਾਰਾ ਸਿੰਘ ਦੇ ਵੀ ਉਹੀ ਗੁਰੂ ਸੀਗੇ। ਨਸ਼ਿਆਂ ਤੇ ਵਿਰੁੱਧ ਸਵਾਏ ਸਿਹਤ ਤੇ ਸਾਡੇ ਪਿੰਡ ਦੀ ਕੋਈ ਹੋਰ ਦੂਜੀ ਗੱਲ ਹੈ ਨਹੀਂ ਸੀ ਸਵਾਏ ਕੋਈ ਵੀ ਆ। ਹੁਣ ਇਹ ਵੀ ਸਾਡੇ ਪਿੰਡੂ ਆ, ਜਾਣੀ ਕੋਈ ਬੰਦਾ ਇੱਦਾਂ ਨਹੀਂ ਹੋਊਗਾ ਵੀ ਜਿਹੜਾ ਖਾੜੇ ਦੇ ਵਿੱਚ ਨਹੀਂ ਗਿਆ। ਨਸ਼ੇ ਜੀ, ਕੁਝ ਲੋਕ ਨਸ਼ਿਆਂ ਦੀ ਵਕਾਲਤ ਕਰਦੇ ਆ ਵੀ ਨਸ਼ੇ ਕਰਨੇ ਚਾਹੀਦੇ ਆ, ਜਾਂ ਜਿਵੇਂ ਭੰਗ ਨੂੰ ਖੁੱਲ੍ਹ ਦਵਾਤੀ ਇੱਥੇ ਇੰਡੀਆ 'ਚ ਫੀਮ ਦੀ ਖੇਤੀ ਦੀ ਵੀ ਰੌਲਾ ਪੈ ਰਿਹਾ ਹੈ। ਹਾਂਜੀ, ਤੁਸੀਂ ਕੀ ਸਮਝੋ ਵੀ ਇਹ ਜਾਇਜ਼ ਆ? ਕਿਸ ਤਰ੍ਹਾਂ ਜਾਇਜ਼ ਆ? ਇਹ ਜਾਇਜ਼ ਨਜਾਇਜ਼ ਪਹਿਲਾਂ ਖਬਰਿਆ ਸੀਗੀ, ਖੁੱਲ੍ਹੀ ਸੀਗੀ, ਫਿਰ ਬੰਦ ਕਰ ਦਿੱਤੀ ਆ। ਫਿਰ ਇਹ ਨਹੀਂ ਪਤਾ ਵੀ ਨਸ਼ੇ ਆ ਜਿਹੜੇ ਆ ਇਹ ਤਾਂ ਬਹੁਤ ਜ਼ਿਆਦਾ ਮਾਰੂ ਆ। ਸਾਡੇ ਜਿਹੜਾ ਕੋਈ ਇੱਕ ਦੋ ਕੁ ਬੰਦੇ ਖਾਂਦੇ ਸੀਗੇ ਵੀ ਉਹ ਕੰਮ ਕਰਦੇ ਸੀ ਬੇਤਹਾਸ਼ਾ ਸਾਰੇ, ਉਹਨਾਂ ਨੇ ਕੰਮ ਕਰਨਾ, ਸਿਹਤਾਂ ਠੀਕ ਰਹੀਆਂ, ਬੁੜੇ ਹੋ ਕੇ ਐਨ ਉਹ ਚਲਾਣਾ ਹੋਇਆ ਉਹਨਾਂ ਦਾ। ਤੇ ਬਾਕੀ ਇਹ ਨਹੀਂ ਪਤਾ ਵੀ ਹੁਣ ਇਹਦੇ ਨਾਲੋਂ ਤਾਂ 100 ਦਰਜੇ ਉਹ ਚੰਗਾ ਆ। ਹਾਂ, ਜੇ ਫਰਕ ਪੈਂਦਾ ਵੀ ਉਹ ਖੋਲ੍ਹ ਦੇਣ, ਖੁੱਲ੍ਹੇ ਕਰ ਦੇਣ, ਖੇਤੀ ਕਰਨ, ਜੇ ਉਹਦਾ ਮੇਰਾ ਖਿਆਲ ਆ ਭਈ ਇਹਦੇ ਦਾ ਜੇ ਚੱਟਾ ਚੁੱਟਾ ਜਾਂਦਾ ਲੱਗੇ ਫਿਰ ਉਹਦਾ ਹਰਜ ਨਹੀਂ ਹੈ, ਫਿਰ ਉਹ ਚਾਹੀਦਾ। ਹਾਂਜੀ, ਬਸ ਆਹੀ ਗੱਲ ਆ ਜੀ। ਹੋਰ ਬਸ ਠੀਕ ਆ, ਅਸੀਂ ਤਾਂ ਇਹੀ ਕਹਿੰਦੇ ਆ ਵੀ ਨਸ਼ਿਆਂ 'ਤੇ ਤਾਂ ਹਰੇਕ ਬਚਣਾ ਹੀ ਚਾਹੀਦਾ, ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਸਾਡੇ ਪਿੰਡ ਦੇ ਹੀ ਵੱਡੀ ਹਸਤੀਆਂ ਹੋਈਆਂ, ਸਾਡੇ ਪਿੰਡ ਦੇ ਯੋਧੇ ਵੀ ਰਹੇ ਆ, ਸ਼ਹੀਦ ਬਾਬਾ ਰਤਨ ਸਿੰਘ, ਉਹ ਵੀ ਸਾਡੇ ਪਿੰਡ ਦੇ ਸੀਗੇ। ਭਲਵਾਨੀ ਜਿੱਦਾਂ ਪਿੰਡ ਦੇ ਵਿੱਚ ਇੰਟਰਨੈਸ਼ਨਲ ਭਲਵਾਨ, ਸਾਡੇ ਪਿੰਡ ਦੇ ਕਈ ਕੁੜੀਆਂ ਵੀ ਮੈਡਲ ਬਾਹਰੋਂ ਲੈ ਕੇ ਆਈਆਂ। ਹਾਂਜੀ, ਇੱਥੇ ਵੀ ਖਾੜਾ ਚੱਲਦਾ ਇੱਕ, ਉਹ ਵੀ ਕੁੜੀਆਂ ਇੰਟਰਨੈਸ਼ਨਲ ਵੇਟ ਲਿਫਟਰ ਸੀਆਂ ਜੀ। ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਨਾਮ ਜੰਗ ਸਿੰਘ ਬਿਲਨ। ਜੰਗ ਸਿੰਘ ਜੀ ਕਦੋਂ ਆਏ ਸੀ ਕੈਨੇਡਾ? 2001 ਚ ਆਏ ਸੀ ਜੀ। ਹਾਂਜੀ। ਨਸ਼ਿਆਂ ਦੇ ਬਾਰੇ ਤੁਹਾਡੀ ਕੀ ਰਾਏ ਆ? ਨਸ਼ੇ ਕਰਨੇ ਚਾਹੀਦੇ ਆ, ਨਹੀਂ ਕਰਨੇ ਚਾਹੀਦੇ? ਕੀ ਫਾਇਦੇ ਆ, ਕੀ ਨੁਕਸਾਨ ਆ ਇਹਨਾਂ ਦੇ? ਨਸ਼ੇ ਤਾਂ ਜੀ ਕੋਈ ਵੀ ਲੈ ਲਓ, ਚਾਹੇ ਡੋਡੇ ਲੈ ਲਓ, ਫੀਮ ਲੈ ਲਓ, ਆ ਜਿਹੜੇ ਕੈਮੀਕਲ ਵਾਲੇ ਨਸ਼ੇ ਤਾਂ ਬਹੁਤ ਹੀ ਘਾਤਕ ਆ। ਅਤੇ ਫੀਮ ਡੋਡੇ ਵੀ ਜੇ ਇੰਨੇ ਘਾਤਕ ਤਾਂ ਹੈ ਨਹੀਂ, ਪਰ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਬਿਹਤਰ ਰਹੇ। ਅਤੇ ਨਸ਼ਾ ਤਾਂ ਘਰ ਦੇ ਵਿੱਚ ਲੜਾਈ ਝਗੜੇ ਪਾਉਂਦਾ, ਅਤੇ ਬਾਕੀ ਆ ਕੈਮੀਕਲ ਵਾਲੇ ਨਸ਼ੇ ਤਾਂ ਇਹ ਸਾਰੇ ਜ਼ਿੰਦਗੀ ਬਰਬਾਦ ਕਰਨ ਵਾਲੇ ਨਸ਼ੇ ਆ। ਜਿਹੜੇ ਭੰਗ ਦੀ ਖੁੱਲ੍ਹ ਦੇ ਦਿੱਤੀ ਸਰਕਾਰ ਨੇ, ਇੱਥੇ ਭੰਗ ਦੇ ਇੱਕ ਤਰ੍ਹਾਂ ਨਾਲ ਠੇਕੇ ਹੀ ਖੁੱਲ੍ਹ ਗਏ ਆ, ਘਰ ਸਪਲਾਈ ਹੋਣ ਲੱਗ ਗਈ ਆ, ਇਹਦਾ ਫਾਇਦਾ ਹੋਊਗਾ ਤੇ ਕੀ ਹੋਊਗਾ? ਨੁਕਸਾਨ ਹੋਊਗਾ ਤੇ ਕੀ ਹੋਊਗਾ? ਇਹ ਵੀ ਇੱਕ ਭੰਗ ਦਾ ਵੀ ਇੱਕ ਨਸ਼ਾ ਹੀ ਆ ਜੀ। ਇਹਦੇ ਵੀ ਨਫਾ ਤਾਂ ਨਹੀਂ ਹੋਣਾ, ਨੁਕਸਾਨ ਹੀ ਨੁਕਸਾਨ ਆ। ਪਹਿਲਾਂ ਅਸੀਂ ਭੰਗ ਯੂਜ਼ ਕਰਾਂਗੇ, ਫਿਰ ਉਹਦੇ ਬਾਅਦ ਦੂਏ ਨਸ਼ਿਆਂ ਵੱਲੋਂ ਵੀ ਅਸੀਂ ਜਾਵਾਂਗੇ। ਅਤੇ ਭੰਗ ਦਾ ਨਸ਼ਾ ਵੀ ਖੋਲ੍ਹਣਾ ਨਹੀਂ ਚਾਹੀਦਾ ਸਰਕਾਰ ਨੂੰ, ਤਾਂ ਕਿ ਨਿਆਣੇ ਜਿਹੜੇ ਆ ਨਸ਼ੇ ਤੋਂ ਦੂਰ ਰਹਿਣ। ਜੀ, ਹਾਂਜੀ। ਅੱਗੇ ਅਸੀਂ ਪੁਰਾਣੇ ਬੁੜੇ ਦੇਖੇ ਆ ਜਿਹੜੇ ਕਿ ਫੀਮ ਖਾਂਦੇ ਸੀ, ਉਹ ਫੀਮ ਤੋਂ ਕੰਮ ਲੈਂਦੇ ਸੀ, ਦੁੱਧ ਕੇ ਖਾਂਦੇ, ਐਡੇ ਉਹਨਾਂ ਦੇ ਮੂੰਹ ਸੇ 100 ਸਾਲ ਦੀ ਉਮਰ ਭੋਗ ਕੇ ਮਰਦੇ ਸੀ। ਜਿਹੜਾ ਚਿੱਟਾ ਨਸ਼ਾ ਜਿਹਨੂੰ ਕਹਿੰਦੇ ਆ ਨਾ, ਇਹ ਤਾਂ ਜਿਸ ਵੇਲੇ ਬੰਦੇ ਨਿਆਣੇ ਨੂੰ ਲੱਗ ਗਿਆ, ਸਮਝੋ ਇਹ ਬੰਦੇ ਜ਼ਿੰਦਗੀ ਗਿਣਵੀਂ ਆ। ਅੰਦਾਜ਼ਾ ਨਹੀਂ ਕੋਈ ਲਾ ਸਕਦਾ ਵੀ 2 ਸਾਲ ਜਾਂ 4 ਸਾਲ ਜਾਂ 5 ਸਾਲ। ਇਹ ਮਾੜਾ ਜਿਹਾ ਸਿਰਿੰਜ ਦੇ ਡੋਜ਼ ਚਲੇ ਗਿਆ ਤਾਂ ਨਿਆਣਾ ਖਤਮ। ਰੋਜ਼ 5-7 ਮੋਟਾਂ ਗੱਭਰੂ ਜਵਾਨਾਂ ਦੀਆਂ ਆਉਂਦੀਆਂ, ਕੋਈ ਕਬੱਡੀ ਦਾ ਪਲੇਅਰ ਵਾ, ਕੋਈ ਫੁੱਟਬਾਲ ਦਾ ਪਲੇਅਰ ਵਾ, ਫਿਰ ਵੀ ਜਾਣੀ ਇਹ ਪਤਾ ਨਹੀਂ ਕਿਉਂ ਨਿਆਣੇ ਲੱਗ ਜਾਂਦੇ ਆ। ਪਰ ਇਹ ਤਾਂ ਨਸ਼ੇ ਦਾ ਬਹੁਤ ਮਾਰੂ ਆ। ਇਹਦੇ ਨਾਲ ਫੀਮ ਡੋਡੇ ਹੈ ਨਸ਼ਾ, ਉਹ ਵੀ ਪਰ 1000 ਗੁਣਾ ਚੰਗੇ ਆ। ਇਹ ਬੰਦ ਗੌਰਮੈਂਟਾਂ ਤਾਂ ਨਹੀਂ ਕਰਦੀਆਂ, ਇਹ ਨਹੀਂ ਲਿਆਂਦਾ ਵੀ ਗੌਰਮੈਂਟਾਂ ਨੇ ਸਾ, ਲਿਆਉਣੇ ਵਾਲੀਆਂ ਵੀ ਉਹੀ ਆ, ਗਾਹਾਂ ਸਪਲਾਇਰ ਵੀ ਉਹੀ ਕਰਦੇ ਆ। ਗਰੀਬ ਨੂੰ ਫੜ ਕੇ ਕਹਿੰਦੇ ਆ ਜੀ ਇੰਨਾ ਕਿਲੋ ਫੜ ਹੋ ਗਿਆ, ਉਹ ਤਾਂ ਜਿਹੜੇ ਆਦੀ ਖਾਣੇ ਵਾਲੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੰਦੇ ਆ, ਤਕੜਿਆਂ ਬੰਦਿਆਂ ਨੂੰ ਤਾਂ ਕੋਈ ਨਹੀਂ ਪੁੱਛਦਾ। ਇਹ ਜਿਹੜੀ ਖੇਤੀ ਹੈਗੀ ਆ ਪੋਸਟ ਦੀ, ਇਹ ਲੀਗਲ ਆ।
ਉੱਥੇ ਤੁਸੀਂ ਦੇਖੋ ਕਿ ਉੱਥੇ ਕਿੰਨੇ ਕੁ ਬੰਦੇ ਇਸ ਚੀਜ਼ ਦੇ ਆਦੀ ਆ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਇਸ ਚੀਜ਼ ਦੀ। ਜੇ ਉੱਥੇ ਨਹੀਂ ਤਾਂ ਇੱਥੇ ਵੀ ਅੱਗੇ ਪੋਸਟ ਹੁੰਦਾ ਸੀਗਾ। ਉੱਥੇ ਕਿੰਨੇ ਕੁ ਪਿੰਡਾਂ ਦੇ ਵਿੱਚ ਜਿਹੜੇ ਲੋਕ ਸੀਗੇ ਜਿਹੜੇ ਅਮਲੀ ਸੀਗੇ, ਜੇ ਉਹ ਖਾਂਦੇ ਵੀ ਸੀਗੇ ਉਹ ਤੋਂ ਕੰਮ ਵੀ ਲੈਂਦੇ ਸੀ। ਹੁਣ ਵੀ ਜੇ ਉੱਥੋਂ ਰਾਜਸਥਾਨ 'ਚੋਂ ਆਉਂਦੀ ਆ ਫੀਮ ਵੀ, ਭੁੱਕੀ ਵੀ ਪੋਸਟ ਜਿਹੜੀ ਕੁੱਟ ਕੇ ਭੇਜਦੇ ਆ, ਉਹ ਸਾਰੇ ਪੰਜਾਬ 'ਚ ਮਿਲਦੀ ਆ। ਉਹ ਜੇ ਉਹ ਉੱਥੋਂ ਲਿਆ ਕੇ ਵੀ ਉਹ ਖਾ ਸਕਦੇ ਆ। ਜੇ ਇੱਥੇ ਹੋਊਗੀ ਤਾਂ ਉਹ ਮੇਰੇ ਖਿਆਲ ਦੇ ਨਾਲ ਉਹ ਬਾਕੀ ਜਿਹੜੀ ਸਿੰਥੈਟਿਕ ਡਰੱਗ ਆ ਜਿਹੜੀ ਬਹੁਤ ਡੇਂਜਰਸ ਆ, ਉਹਦੇ ਤੋਂ ਉਹਨੂੰ ਠੱਲ ਪਵੇਗੀ। ਅਤੇ ਜਿਹੜੇ ਆਮ ਸਾਡੀ ਯੰਗ ਜਨਰੇਸ਼ਨ ਆ ਉਹਦੀ ਭੇਟਾ ਚੜ੍ਹ ਰਹੀ ਹੈ ਸਿੰਥੈਟਿਕ ਡਰੱਗ ਦੀ, ਉਹਨੂੰ ਕੋਈ ਨਾ ਕੋਈ ਬਚਾਅ ਹੋਵੇਗਾ। ਹਾਂਜੀ, ਮੈਂ ਵਿਚਾਰ ਜੀ ਆਪਣੇ ਇਹ ਦਿੰਨਾ ਨਸ਼ੇ ਬਾਰੇ। ਜੇ ਕਿ ਆਪਣੇ ਡੋਡੇ ਜਾਂ ਫੀਮ ਯੂਪੀ 'ਤੇ ਆਉਂਦੀ ਆ, ਜੇ ਡੋਡੇ ਤਾਂ ਫੀਮ ਰਾਜਸਥਾਨ 'ਤੇ ਆਉਂਦੀ ਆ, ਉੱਥੇ ਕੋਈ ਬੰਦੇ ਨਹੀਂ ਮਰਦੇ, ਤਾਂ ਇਹਦਾ ਮਤਲਬ ਸਾਡੇ ਮੁਲਕ 'ਚ ਵੀ ਕਿਉਂ ਮਰਦੇ ਆ? ਕਿਉਂ ਕਿ ਸਾਡੇ ਜਿਹੜੇ ਆ ਡਰੱਗ ਬਾੜਿਆ, ਇਹ ਜਿਹੜਾ ਅਸੀਂ ਨਸ਼ੇ ਬੰਦ ਕਰਕੇ ਇਹ ਜਿਹੜੀ ਫੀਮ ਤਾਂ ਡੋਡੇ ਠੇਕਿਆਂ 'ਚ ਹੋਣੇ ਚਾਹੀਦੇ ਆ। ਜਿਹੜੇ ਲਿਆ ਕੇ ਚਾਹੇ ਉਹ ਅਕਾਲੀ ਆ ਚਾਹੇ ਕਾਂਗਰਸੀ ਆ, ਉਹ ਆਪਣੀਆਂ ਕਮਾਈਆਂ ਕਰਦੇ ਆ। ਉਹ ਗੌਰਮੈਂਟ ਨੂੰ ਇੱਕ ਤਾਂ ਆਮਦਨੀ 'ਚ ਘਾਟਾ ਪਈ ਜਾਂਦਾ। ਜਿੱਥੇ ਸ਼ਰਾਬ ਵਿਕਦੀ ਉੱਥੇ ਫੀਮ ਤਾਂ ਡੋਡੇ ਵੀ ਵਿਕਣੇ ਚਾਹੀਦੇ ਆ। ਆਪਣਾ ਮੁੱਲ ਲੈ ਕੇ ਅਗਲਾ ਖਾ ਸਕੇ ਤਾਂ ਜਾਨਾਂ ਬਚ ਜਾਣਗੀਆਂ। ਜੇ ਇਹ ਆ ਡਰੱਗ ਜਿੱਦਣ ਇਹ ਕੋਈ ਨਿਆਣਾ ਲਾ ਲੈਂਦਾ, ਉਹਦੇ ਨਾਲ ਹੀ ਮੌਤ ਦਾ ਕੱਫਣ ਉਹਦੇ ਸਿਰ ਵੱਜ ਜਾਂਦਾ। ਅਤੇ ਅਸੀਂ ਇਸ ਕਰਕੇ ਬੇਨਤੀ ਕਰਦੇ ਹਾਂ ਵੀ ਇਹ ਜ਼ਰੂਰ ਫੀਮ ਹੋਵੇ ਤਾਂ ਠੇਕਿਆਂ 'ਚ ਹੋਵੇ। ਆ ਜਿਹੜੀ ਆ ਬਲੈਕ ਕਰਦੇ ਇਹ ਬੰਦ ਹੋ ਜਾਏ ਬਸ, ਫੇਰ ਭਾਵੇਂ ਦੁਨੀਆ ਬਚ ਜਾਊ, ਨਹੀਂ ਤਾਂ ਜੀ ਨਹੀਂ। ਇਹਦੇ ਬਾਬਤ ਮੇਰਾ ਇਹੀ ਵਿਚਾਰ ਵਾ ਜੀ। ਹਾਂਜੀ, ਸਾਰੇ ਸਾਥੀਆਂ ਦੀ ਜਿਹੜੀ ਇੱਕੋ ਹੀ ਤਰ੍ਹਾਂ ਦੀ ਰਾਏ ਆ, ਜੋ ਗੌਰਮੈਂਟਾਂ ਨੂੰ ਵੀ ਇਹਦੇ ਵੱਲ ਬਖੂਬੀ ਧਿਆਨ ਦੇਣਾ ਚਾਹੀਦਾ। ਇਹਦੇ ਦੋ ਕਾਰਨ ਆ। ਜਿੱਥੇ ਤੁਸੀਂ ਪੁੱਛਿਆ ਸੀ ਆਮਦਨ ਦਾ ਵੀ ਫਾਇਦਾ ਕਿਹਨੂੰ ਹੋਊਗਾ, ਇਹਦੇ ਨਾਲ ਸਾਡੀ ਜਵਾਨੀ ਵੀ ਬਚੂਗੀ, ਸਾਡੀ ਕਿਸਾਨੀ ਵੀ ਬਚੂਗੀ। ਕਿਉਂਕਿ ਜਿਸ ਤਰ੍ਹਾਂ ਜਿਹੜਿਆ ਫੀਮ ਆ ਇਹ ਬਹੁਤ ਜ਼ਿਆਦਾ ਦਵਾਈਆਂ ਦੇ ਵਿੱਚ ਪੈਂਦੀ ਆ, ਇਸ ਕਰਕੇ ਜਿਹੜੀ ਆ ਆਮਦਨ, ਪਰ ਉਹਦਾ ਕੋਈ ਸਿਸਟਮ ਬਣੇ। ਜਿਹੜੀ ਫੀਮ ਆ ਉਹ ਠੇਕਿਆਂ 'ਚ ਵਿਕੇ, ਗੌਰਮੈਂਟ ਦਾ ਪੂਰਾ ਕੰਟਰੋਲ ਹੋਵੇ। ਜਿਹੜੇ ਬਲੈਕੀਏ ਆ, ਬਲੈਕ ਹੱਥਾਂ ਦੇ ਵਿੱਚ ਨਾ ਜਾਵੇ, ਜਿਹੜੇ ਕਿ ਲੋਕਾਂ ਨੂੰ ਖਰਾਬ ਕਰਦੇ ਆ। ਸੋ ਇਸ ਕਰਕੇ ਸਾਡੀ ਇਹ ਦਲੀਲ ਆ ਵੀ ਅੱਜ ਸਮਾਂ ਮੰਗ ਕਰਦਾ ਜੇ ਫੀਮ ਡੋਡੇ ਦੀ ਖੇਤੀ ਹੋਵੇ, ਇਹਦੇ ਨਾਲ ਪੰਜਾਬ ਪੂਰਨ ਤੌਰ 'ਤੇ ਬਚ ਰਹੂਗਾ ਅਤੇ ਗੌਰਮੈਂਟਾਂ ਨੂੰ ਅਤੇ ਕਿਸਾਨਾਂ ਨੂੰ ਜਿਹੜੀ ਆ ਆਮਦਨ ਹੋਊਗੀ। ਥੋੜ੍ਹੇ ਚਿਰ ਬਾਅਦ ਜਦੋਂ ਸਾਰਾ ਕੁਛ ਹੀ ਠੀਕ ਹੋ ਜਾਵੇ, ਨਸ਼ਿਆਂ ਦਾ ਫਾਹਾ ਵੱਢ ਹੋ ਜਾਵੇ, ਫਿਰ ਗੌਰਮੈਂਟ ਇਹਦੇ ਬਾਰੇ ਵੀ ਸੋਚ ਲਵੇ ਵੀ ਇਹਨੂੰ ਵੀ ਹੌਲੀ ਹੌਲੀ ਕਿੱਦਾਂ ਉਠਾਉਣਾ। ਧੰਨਵਾਦ। ਹਾਂਜੀ, ਸਾਡੀ ਸੋਚਣੀ ਹੋਰ ਹੈਗੀ ਆ, ਕਿਉਂਕਿ ਇਹ ਸੋਚਣੀ ਜਿਹੜੀ ਹੈਗੀ ਆ ਕਿ ਬੜੀ ਡੂੰਘਾਈ 'ਚ ਆਪਾਂ ਸੋਚਦੇ ਹੈਗੇ ਆ। ਇਹ ਜਿਹੜੇ ਸਰਕਾਰਾਂ ਦੀ ਅਸੀਂ ਗੱਲ ਕਰਦੇ ਹੈਗੇ ਆ, ਸਰਕਾਰਾਂ ਨਸ਼ੇ ਨੂੰ ਰੋਕ ਸਕਦੀਆਂ ਹੈਗੀਆਂ, ਕਦੀ ਨਹੀਂ ਰੋਕ ਸਕਦੀਆਂ ਹੈਗੀਆਂ। ਚਾਹੇ ਕੋਈ ਵੀ ਦੁਨੀਆ ਦੇ ਵਿੱਚ ਕੋਈ ਸਰਕਾਰ ਵੀ ਆ ਹੋਵੇ, ਉਹ ਕੋਈ ਨਹੀਂ ਇਹ ਗੱਲ ਹੋ ਸਕਦੀ, ਕਿਉਂਕਿ ਇਹ ਸਰਕਾਰਾਂ ਦੇ ਬਸ ਦੀ ਗੱਲ ਹੈ ਨਹੀਂ। ਇਹ ਪਿੱਛੇ ਜੋ ਕੁਛ ਵੀ ਕਰ ਰਿਹਾ, ਬੜੇ ਬੜੇ ਕਾਰਪੋਰੇਟ ਕਰ ਰਿਹਾ, ਜਿਹੜਾ ਅੱਜ ਮਤਲਬ ਆਪਾਂ ਕਹਿੰਦੇ ਹੈਗੇ ਕਿ ਟਰੂਡੋ ਕੈਨੇਡਾ ਨੂੰ ਚਲਾ ਰਿਹਾ ਹੈਗਾ ਆ। ਇਹ ਮਤਲਬ ਕਿ ਜੋ ਬਾਈਡਨ ਆ ਜਾਂ ਮਤਲਬ ਕਿ ਮੋਦੀ ਆ ਜਾਂ ਮਤਲਬ ਹੋਰ ਉਹ ਨਹੀਂ ਚਲਾ ਰਿਹਾ ਦੁਨੀਆ ਨੂੰ ਕੋਈ ਮੁੱਠੀ ਭਰ ਲੋਕ ਚਲਾ ਰਹੇ ਆ। ਕਿਉਂਕਿ ਮਤਲਬ ਕਿ ਜੇ ਇਹ ਨਾ ਬੰਦ ਕਰਨੀ ਹੋਵੇ, ਨਸ਼ਾ ਬੰਦ ਕਰਨਾ ਹੋਵੇ, ਇਹ ਮਤਲਬ ਕਿ 2 ਮਿੰਟਾਂ 'ਚ ਬੰਦ ਕਰ ਸਕਦੇ ਆ। ਕਿਉਂਕਿ ਜਦ ਇਲੈਕਸ਼ਨਾਂ ਹੁੰਦੀਆਂ ਆ, ਉਦੋਂ ਜਿਹੜੇ ਨਸ਼ੇ ਦੇ ਹੈ ਨਾ ਬੜੇ ਬੜੇ ਜਿਹੜੇ ਬੰਦੇ ਆਪ ਖੁਦ ਬੰਦੇ ਪੈਸੇ ਵਾਲੇ ਹੁੰਦੇ ਨੇ ਹੈਗੇ ਆ, ਉਹ ਉਹਨਾਂ ਨੂੰ ਸਰਕਾਰਾਂ ਉਹਨਾਂ ਨੂੰ ਪੈਸੇ ਦਿੰਦੀਆਂ, ਮਤਲਬ ਕਿ ਫੰਡ ਦਿੰਦੀਆਂ ਨੇ, ਸਰਕਾਰਾਂ ਨੂੰ ਫੰਡ ਦਿੰਦੇ ਨੇ ਉਹ ਜਿਹੜੇ ਕਾਰੋਬਾਰ ਨੇ। ਹਾਂਜੀ, ਕਿਉਂਕਿ ਮਤਲਬ ਕਿ ਉਹਨਾਂ ਦੀ ਮਰਜ਼ੀ ਆ ਕਿ ਮਤਲਬ ਕਿ ਸਰਕਾਰਾਂ ਉਹਨਾਂ ਨੂੰ ਉਹ ਚਲਾਉਂਦੇ ਨੇ ਹੈ। ਇਸ ਕਰਕੇ ਇਹ ਸਰਕਾਰਾਂ ਕਦੀ ਵੀ ਨਸ਼ਾ ਨਹੀਂ ਬੰਦ ਕਰ ਸਕਦੀਆਂ। ਕਿਉਂਕਿ ਟਰੂਡੋ ਆ ਜੋ ਕਿ ਆਪਣੇ ਕੈਨੇਡਾ ਦੇ ਵਿੱਚ ਜੋ ਡਰੱਗ ਚੱਲ ਰਿਹਾ, ਜੋ ਕੁਛ ਹੋ ਰਿਹਾ, ਸ਼ਰੇਆਮ ਹੋ ਰਿਹਾ, ਇਹਨਾਂ ਨੂੰ ਪਤਾ ਨਹੀਂ। ਜੇ ਤਾਂ ਕੋਈ ਪੁਲਿਸ ਹੋਵੇ, ਜੇ ਇੱਕ ਬੰਦੇ ਨੂੰ ਨਸ਼ਾ, ਸਧਾਰਨ ਬੰਦਾ ਆ, ਉਹ ਕਿ ਉਹਦੇ ਕੋਲ ਨਸ਼ਾ ਫੜਿਆ ਜਾਂਦਾ ਹੈ ਅਤੇ ਉਹ ਮੂਹਰੇ ਰੱਖ ਦਿੰਦਾ ਹੈਗਾ ਕਾਰ ਦੇ ਮੂਹਰੇ। ਉਹ ਕਹਿੰਦਾ ਹਾਂਜੀ ਇਹ ਤਾਂ ਮੂਹਰੇ ਪਿਓ, ਕਹਿੰਦਾ ਪੁਲਿਸਮੈਨ ਕਹਿੰਦਾ ਅੱਛਾ ਜੀ ਅਸੀਂ ਫੜਿਆ ਆ ਅਤੇ ਇਹ ਤਾਂ ਮੂਹਰੇ ਪਿਆ ਸੀ। ਹੈਂ, ਹਿੰਦੁਸਤਾਨ ਵਿੱਚ ਵੀ ਜੇ ਕੋਈ ਡੋਡਿਆਂ ਦੀ ਗੱਲ ਕਰਦਾ ਹੈਗਾ ਕਿ ਇੰਨੇ ਡੋਡੇ ਕੋਈ ਫੜ ਲਿਆ, ਉਦੋਂ ਸਰਕਾਰਾਂ ਜਿਹੜੀਆਂ ਆਪਣੇ ਉਹ ਬੰਦਾ ਨੂੰ ਤੰਗ ਕੀਤਾ ਜਾਂਦਾ ਆ।
ਹੈਂ ਉਦੋਂ ਕਹਿਣਾ ਇਹ ਡੋਡੇ ਫੜੇ ਗਏ, ਇੱਥੋਂ ਫੀਮ ਫੜੀ ਗਈ ਹੈਗੀ ਆ। ਜਦ ਟਰੱਕਾਂ ਦੇ ਟਰੱਕ ਆਉਂਦੇ ਹੈਗੇ ਆ ਦੂਜੀਆਂ ਸਟੇਟਾਂ ਤੋਂ, ਉਦੋਂ ਕੌਣ ਆਪਣੇ ਉਦੋਂ ਕਿਉਂ ਨਹੀਂ ਰੋਕਦੀਆਂ ਇਹ? ਨਹੀਂ ਰੋਕ ਸਕਦੇ ਇਹ। ਤੁਸੀਂ ਮੈਨੂੰ ਮਤਲਬ ਇਹਦੀ ਮੈਂ ਗਾਰੰਟੀ ਦਿੰਦਾ ਇਸ ਗੱਲ ਦੀ, ਜੇ ਚਾਹੁਣ ਦੇ ਡੋਂਟ ਵਾਂਟ ਇਟ ਜੋ ਵੀ ਇਹਨਾਂ ਨੇ ਪਾਇਆ ਇਹ ਗੰਦ ਪਾਇਆ, ਸਰਕਾਰ ਜ਼ਿੰਮੇਵਾਰ ਨੇ, ਕਾਰਪੋਰੇਟ ਨੇ, ਕਿਉਂਕਿ ਸਰਕਾਰ ਸਰਕਾਰਾਂ ਅਗਰ ਸਰਕਾਰਾਂ ਕਹਿਣ ਹੈ ਨਾ, ਤੁਹਾਨੂੰ ਮੈਂ ਦੱਸਦਾ ਇੱਕ ਗੱਲ, ਮੈਂ ਐਗਜ਼ਾਮਪਲ ਦਿੰਦਾ। 1985 ਦੀ ਗੱਲ ਆ, ਅਮਰੀਕਾ ਨੇ ਤਾਂ ਅਮਰੀਕਾ ਅਤੇ ਫਰਾਂਸ ਨੇ ਇਹਨਾਂ ਨੇ ਕਿਹਾ ਕਿ ਅਫਰੀਕਾ ਦੇ ਵਿੱਚ ਇੱਕ ਐਸਾ ਫਲੂ ਆ ਰਿਹਾ ਬਹੁਤ ਹੀ ਖਤਰਨਾਕ ਆ, ਜਿਹਦੇ ਨਾਲ ਲੱਖਾਂ ਬੰਦੇ ਮਰਨਗੇ। ਉੱਥੇ ਦੇ ਪ੍ਰੈਜ਼ੀਡੈਂਟ ਨੇ ਕਿਹਾ, ਕਹਿੰਦਾ ਸਾਡੇ ਕੋਈ ਇੱਦਾਂ ਦਾ ਫਲੂ ਨਹੀਂ ਆ ਰਿਹਾ, ਆਪਣਾ ਤੁਸੀਂ ਬਕਵਾਸ ਬੰਦ ਕਰੋ। ਇਹਨਾਂ ਨੇ ਕੀਤਾ, ਪਤਾ ਕੀਤਾ ਇਹਨਾਂ ਨੇ ਉਹਦਾ ਤਖਤਾ ਉਲਟਾ ਕੇ ਦੂਜੀ ਪਾਰਟੀ ਸਰਕਾਰ ਲੈ ਆਏ। ਕਦੀ ਵੀ ਨਹੀਂ ਹੋ ਸਕਦਾ। ਜੇ ਬੰਦ ਕਰਨਾ ਹੋਵੇ 1 ਮਿੰਟ 'ਚ ਕਰ ਸਕਦੇ। ਤੁਸੀਂ ਦੇਖ ਲਓ ਦੁਬਈ ਦੀ ਰੱਖ ਲਓ ਐਗਜ਼ਾਮਪਲ, ਦੁਬਈ ਵਿੱਚ ਸੋਨਾ ਪਿਆ ਜੀ ਮੂਹਰੇ ਪਿਆ, ਉਹ ਕਹਿੰਦੇ ਇੰਨੇ ਪੈਸੇ ਪਏ ਨੇ, ਇਹਦੇ ਇੰਨੀ ਕੀਮਤ ਆ, ਇੰਨੀ ਰੱਖ ਦਿਓ ਮੂਹਰੇ ਅਤੇ ਤੁਸੀਂ ਚੱਕ ਕੇ ਲੈ ਜਾਓ, ਕੋਈ ਚੋਰੀ ਨਹੀਂ ਹੁੰਦੀ। ਇਹ ਤਾਂ ਇੱਥੇ ਸ਼ਰੇਆਮ, ਇਹ ਕਦੀ ਵੀ ਨਹੀਂ ਹੋ ਸਕਦੀ, ਇਹ ਗੱਲ ਕਦੀ ਵੀ ਨਹੀਂ ਹੋ ਸਕਦੀ। ਤੁਸੀਂ ਦਿਓਗੇ ਗਾਹਾਂ ਇਹ? ਇੱਥੇ ਇਹ ਗੱਲ ਹੈ ਵੀ ਜਿਹੜਾ ਨਸ਼ਾ ਵਰਤਦੇ ਆ ਉਹਨਾਂ ਨੂੰ ਤਾਂ ਹੈ ਨੁਕਸਾਨ, ਉਹਨਾਂ ਦੀ ਸਿਹਤ ਦਾ ਵੀ ਤਾਂ ਪੈਸੇ ਦਾ ਵੀ, ਅਤੇ ਬਾਕੀ ਜਿਹੜਾ ਨਸ਼ਾ ਵੇਚਦੇ ਆ ਉਹਨਾਂ ਨੂੰ ਫਾਇਦਾ। ਅਤੇ ਦੂਜੀ ਗੱਲ, ਜੇ ਪੰਜਾਬ ਦੇ ਵਿੱਚ ਡੋਡਿਆਂ ਦੀ ਫਸਲ ਹੋਣ ਲੱਗ ਪਈ ਤਾਂ ਉਹਦਾ ਕਿਸਾਨਾਂ ਨੂੰ ਫਾਇਦਾ ਹੋ। ਮੈਂ ਤਾਂ ਇਹ ਕਹੂੰਗਾ ਵਾਲਾ ਨਹੀਂ। ਵੱਡੇ ਵਪਾਰੀਆਂ ਨੂੰ ਫਾਇਦਾ, ਖਾਣ ਵਾਲਿਆਂ ਦਾ ਨੁਕਸਾਨ। ਕੀ ਗੱਲ, ਉਹਨਾਂ ਨੂੰ ਉਹ ਬੰਦਰਗਾਹ ਦਿਸਦੀ ਨਹੀਂ ਜਿੱਥੇ ਐਡਾ ਵੱਡਾ 2 ਵਾਰੀ ਆਇਆ ਅਡਾਨੀਆਂ ਦੀ ਬੰਦਰਗਾਹ 'ਤੇ ਨਸ਼ਾ? ਕੀ ਯਾਰ ਉਹ ਬੰਦਰਗਾਹ ਉਹਨਾਂ ਨੂੰ ਦਿਸਦੀ ਨਹੀਂ? ਇਹ ਰਲ ਕੇ ਹੋ ਰਿਹਾ ਸਾਰਾ ਕੁਛ। ਪੁਲਿਸ ਜਿਹੜੀ ਆ ਰੀਨ ਖਾਣ ਵਾਲਿਆਂ ਨੂੰ ਫੜੀ ਫਿਰਦੀ ਆ, ਵੱਡਿਆਂ ਨੂੰ ਹੱਥ ਨਹੀਂ ਪਾਉਂਦੀ। ਜਿਹੜਾ ਉਹ ਨਹੀਂ ਕੰਮ ਕਰਨਾ ਉਹ ਤਾਂ ਕਰਦੇ ਹੀ ਨਹੀਂ।